ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਅਸੀਂ ਹਮੇਸ਼ਾ ਚਾਹੁੰਦੇ ਸੀ ਕਿ ਪੰਜਾਬ ਦੇ ਮਸਲੇ ਅੱਗੇ ਵਧਣ, ਸਰਕਾਰ ਜਿਹੜੀ ਸੈਂਟਰ 'ਚ ਬੈਠੀ ਹੈ ਉੱਤੇ ਪਹੁੰਚਣ। ਸਾਡੇ CM ਸਾਹਿਬ ਮਿਲੇ ਨੇ ਜਾ ਕੇ PM ਸਾਹਿਬ ਨੂੰ ਤੇ ਪੰਜਾਬ ਦੇ ਮਸਲਿਆਂ ਬਾਰੇ ਗੱਲਬਾਤ ਕੀਤੀ ਹੈ। ਨੀਤੀ ਆਯੋਗ ਦੇ ਵਿੱਚ ਮੀਟਿੰਗਸ ਹੋਈਆਂ ਨੇ, ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੁਝ ਨਾ ਕੁਝ ਮਾਮਲਾ ਅੱਗੇ ਵਧੂਗਾ। ਕਹਿੰਦੇ ਨੇ ਕਿ ਮੈਂ ਸਾਰੇ ਮਸਲੇ ਪੰਜਾਬ ਦੇ ਚੁੱਕ ਮਾਰੇ ਨੇ, ਉੱਥੇ ਕੋਈ ਮਸਲਾ ਛੱਡਿਆ ਹੀ ਨਹੀਂ। ਅੱਛਾ, ਜਿੱਦਾਂ ਤੁਸੀਂ ਕਹਿ ਦਿੱਤਾ ਵੀ ਅਸੀਂ ਚਾਹੁੰਦੇ ਸੀ ਤੇ ਪਹਿਲਾਂ ਗੱਲ ਚਾਹੁੰਦੇ ਸੀ ਨਹੀਂ, ਅਸੀਂ ਚਾਹੁੰਦੇ ਹੈਗੇ ਆ। ਹਾਂ, ਅਸੀਂ ਹੁਣ ਵੀ ਚਾਹੁੰਦੇ ਆ ਬਿਲਕੁਲ। ਤੇ ਤੁਸੀਂ ਟਿਕਾ ਕੇ ਜਿਹੜਾ ਕਹਿ ਰਹੇ ਵੀ CM ਮਿਲੇ PM ਨੂੰ ਤੇ ਮਸਲੇ ਚੁੱਕੇ, ਉਹ ਬੜੀ ਲੈਆਤਮਕ ਜੀ ਲੱਗਦੀ ਆ। ਮਸਲੇ ਚੁੱਕੇ ਵਾਕਈ ਬਹੁਤ ਚੰਗੀ ਗੱਲ ਹੈ, ਕਿਉਂਕਿ ਬੜੇ ਇਹ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ, ਆਪਾਂ ਪਲਾਨਿੰਗ ਕਮਿਸ਼ਨ ਦੀ ਬੈਠਕ ਜਿਹੜੀ ਹਰ ਸਾਲ ਹੁੰਦੀ ਹੈ, ਨਾਮ ਬਦਲ ਕੇ ਹੁਣ ਨੀਤੀ ਆਯੋਗ ਰੱਖਦਾ। ਬੜੀਆਂ ਸਾਰੀਆਂ ਚੀਜ਼ਾਂ ਦੇ ਨਾਮ ਬਦਲੇ ਨੇ, ਇਹਦੇ ਵਿੱਚ ਇਹ ਵੀ ਨਾਮ ਆਉਂਦੀਆਂ ਬਿਲਕੁਲ। ਤੇ ਇਸ ਦੇ ਵਿੱਚ ਭਗਵੰਤ ਮਾਨ ਜਾਂਦੇ ਨੇ ਔਰ ਉਹਨਾਂ ਨੇ ਬੜੀਆਂ ਚੀਜ਼ਾਂ ਕਹੀਆਂ ਆ। ਉਹ ਕਈਆਂ ਦਰਪੇਸ਼ ਕਿਹਾ, ਉਹਨਾਂ ਨੇ ਪਹਿਲਾਂ ਵੀ ਕਿਹਾ ਵੀ ਜਿਹੜਾ ਸਾਡਾ ਸਪੈਸ਼ਲ ਸਾਡਾ ਕੋਈ ਪੈਕੇਜ ਆ ਉਹ ਵੀ ਭਾਈ ਸਾਨੂੰ ਦੇ ਦਿਓ ਜੇ ਦੇਣਾ। ਤੇ ਇਹ ਵੀ ਗੱਲ ਉਹਨਾਂ ਨੇ ਕੀਤੀ ਆ ਵੀ ਪੰਜਾਬ ਜਿਹੜਾ ਆ ਉਹ ਖੇਤੀ ਸੈਕਟਰ ਆ, ਸੋ ਪੰਜਾਬ ਦੀ ਖੇਤੀ ਸੈਕਟਰ ਨੂੰ ਵਧਾਉਣ ਦੇ ਲਈ, ਇਹਦੀ ਟੈਕਨੋਲੋਜੀ ਦੇ ਲਈ ਉੱਥੇ ਵੀ ਗੱਲ ਕੀਤੀ ਜਾਣੀ ਚਾਹੀਦੀ ਆ। ਨਾਲ ਹੀ ਨਾਲ ਉਹਨਾਂ ਨੇ ਕਹਿ ਦਿੱਤਾ ਕਿ MSP ਨੂੰ ਤੁਸੀਂ ਦੁਬਾਰਾ ਰਿਵਾਈਵ ਕਰੋ ਔਰ ਪੰਜਾਬ ਨੂੰ ਜਿਹੜਾ ਆ, ਪੰਜਾਬ ਦੀ ਕਮੇਟੀ ਜਿਹੜੀ ਆ, ਪੰਜਾਬ ਦਾ ਲੋਕ ਜਿਹੜਾ ਆ, ਉਹਨੂੰ ਵੀ ਇਹਦੇ ਨਾਲ ਇਨਕੋਰਪੋਰੇਟ ਕਰੋ। ਹਾਲਾਂਕਿ ਇਹ ਮੀਟਿੰਗ ਜਿਹੜੀ ਆ ਨਾ, ਵੈਸੇ ਲੋਕਤੰਤਰ 'ਚ ਦੇ ਵਿੱਚ ਇੱਦਾਂ ਹੀ ਹੋਣਾ ਚਾਹੀਦਾ ਸੰਜੀਵ ਜੀ, ਬਿਲਕੁਲ। ਕਿ ਤੁਸੀਂ, ਕਿਉਂਕਿ ਹੁਣ ਸਾਡਾ ਹੈਗਾ ਕੁਆਸੀ, ਆਪਾਂ ਕਹਿੰਦੇ ਆ ਕਿ ਕੁਆਸੀ ਜੁਡੀਸ਼ੀਅਲ ਟਾਈਪ ਆ ਸਾਡਾ। ਅਸੀਂ ਪੂਰੀ ਤਰੀਕੇ ਦੇ ਨਾਲ ਉਹ ਵੀ ਇੱਕ ਪਾਵਰ ਸਿੰਗਲ, ਜਿੱਦਾਂ ਹੁਣ ਅਮਰੀਕਾ ਦੇ ਕੋਲੇ, ਰਾਸ਼ਟਰਪਤੀ ਕੋਲੇ ਬਹੁਤ ਸਾਰੀਆਂ ਪਾਵਰਸ ਨੇ। ਸਾਡਾ ਇੱਦਾਂ ਸਿਸਟਮ ਆ, ਸਟੇਟ ਕੋਲੇ ਵੀ ਪਾਵਰਾਂ ਨੇ ਔਰ ਜਿਹੜੀਆਂ ਨੇ ਸੈਂਟਰ ਕੋਲੇ ਵੀ ਪਾਵਰਾਂ, ਮਿਕਸ ਜੀ ਹੈਗੀ ਆ। ਜਿਹੜੀ ਅਸਲ ਆਪਾਂ ਕਹਿੰਦੇ ਡੈਮੋਕ੍ਰੇਸੀ ਆ, ਉਹ ਇੱਦਾਂ ਹੀ ਆ, ਉਹ ਚੱਲਣੀ ਤਾਂ ਇੱਦਾਂ ਚਾਹੀਦੀ ਹੈ ਵਾਕਈ ਵੀ। ਜੇ ਤੁਹਾਡੀਆਂ ਇਰਰਿਸਪੈਕਟ ਆਫ ਤੁਹਾਡੀਆਂ, ਤੁਸੀਂ ਚਾਹੁੰਦੇ ਹੋ ਕਿ ਉਹ ਸਰਕਾਰ ਕਿਸੇ ਹੋਰ ਦੀ ਆ, ਜੇ ਓਪੋਜੀਸ਼ਨ 2 ਟਾਇਰ ਸਰਕਾਰ ਨਹੀਂ ਗਈ ਤੇ ਉਹ ਸਟੇਟ ਬਦਲ ਚੱਕੇ ਹੀ ਨਾ ਕੰਮ, ਫਿਰ ਉਹ ਜਿਹੜੀਆਂ ਚੀਜ਼ਾਂ ਮੁਸ਼ਕਲ ਆਉਂਦੀਆਂ ਨੇ। ਕਿਉਂਕਿ ਬੜੀ ਕੋਰਡੀਅਲ ਜੀ ਮੀਟਿੰਗ ਲੱਗਦੀ ਸੀਗੀ। ਇਹਦੇ ਤੋਂ ਇਲਾਵਾ ਜਿਹੜੀਆਂ ਇਹ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਗੱਲਾਂ ਹੋਈਆਂ, ਮੋਦੀ ਸਾਹਿਬ ਨੇ ਤਿੰਨ ਟੀਆਂ ਦੇ ਉੱਤੇ ਗੱਲ ਕੀਤੀ ਆ। ਉਹਨਾਂ ਨੇ 3 ਟੀ ਕੀਤੀ ਆ ਜੀ। ਕਹਿੰਦੇ ਇੱਕ ਤਾਂ ਟ੍ਰੇਡ, ਸਪੈਸ਼ਲੀ ਉਹਨੇ ਟ੍ਰੇਡ ਜਿਹੜਾ ਆ ਉਹ ਚਾਹ ਪੱਤੀ ਦਾ ਟ੍ਰੇਡ ਦੀ ਗੱਲ ਕੀਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਚਾਹ ਪੱਤੀ ਜਿਹੜੀ ਆ ਉਹ ਪੰਜਾਬ ਦੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਹੁਣ ਦੇਖੋ, ਜੇ ਅਸੀਂ ਕਿਊਬਾ ਦੀ ਗੱਲ ਕਰਦੇ ਹਾਂ ਤੇ ਸ਼ੂਗਰ ਜਿਹੜੀ ਕਿਊਬਾ ਦੀ ਨਾ, ਆਪਾਂ ਨੂੰ ਸ਼ੂਗਰ ਬਾਉਲ ਕਹਿੰਦੇ ਆ। ਹਾਲਾਂਕਿ ਕਿਊਬਾ ਛੋਟਾ ਜਿਹਾ ਹੈਗਾ, ਐਡਾ ਨਹੀਂ ਹੈਗਾ। ਦੁਨੀਆ ਦਾ ਸ਼ੂਗਰ ਬਾਉਲ ਬਣ ਗਿਆ ਉਹ ਖੰਡ ਵੇਚ ਕੇ। ਸਾਡੇ ਇੱਥੇ ਤਾਂ ਤੁਸੀਂ ਦੇਖੋ, ਅਸੀਂ ਟ੍ਰੋਪੀਕਲ ਰੀਜਨ 'ਚ ਰਹਿੰਦੇ ਹਾਂ, ਸਾਡੇ ਇੱਥੇ ਬੜੀਆਂ ਸਾਰੀਆਂ ਚੀਜ਼ਾਂ, ਪਰ ਫਿਰ ਵੀ ਅਸੀਂ ਸਪੈਸ਼ਲਿਟੀ ਕਿਉਂ ਨਹੀਂ ਹੈਗੀ ਸਾਡੀ। ਹਾਲਾਂਕਿ ਸਪਾਈਸਿਸ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਇੰਡੀਅਨ ਸਪਾਈਸਿਸ ਜਾਣੇ ਜਾਂਦੇ, ਪਰ ਫਿਰ ਵੀ ਪਰ ਫਿਰ ਵੀ ਅਸੀਂ ਜਿਹੜਾ ਆ ਉਹਦੇ ਤੇ ਵੀ ਅਸੀਂ ਪਿੱਛੇ ਹੋਣ ਰਹੇ ਹਾਂ। ਹੁਣ ਉਹਦੀ ਵਰਲਡ ਰਿਨਾਊਂਡ ਜਿਹੜਾ ਅਸੀਂ ਕਹਿ ਲਈਏ ਕਿ ਉਹ ਨਹੀਂ ਹੈਗੇ ਅਸੀਂ ਟ੍ਰੇਡ ਦੇ ਵਿੱਚ। ਇਹ ਪਤਾ ਕੀ ਹੋਇਆ ਸੀਗਾ, ਤੁਸੀਂ ਜਿੱਦਾਂ ਸਪਾਈਸਿਸ ਦੀ ਗੱਲ ਕੀਤੀ ਹੈ, ਸਾਡੇ ਸਾਊਥ ਇੰਡੀਆ ਦੇ ਸਪਾਈਸਿਸ ਪੂਰੇ ਵਰਲਡ ਵਿੱਚ ਜਾਣੇ ਜਾਂਦੇ ਨੇ ਮੁੱਢ ਕਦੀਮ ਤੋਂ, ਕਿਉਂਕਿ ਉੱਥੋਂ ਦੀ ਸੋਇਲ ਬੜੀ ਫਰਟਾਈਲ ਹੈ ਉਸ ਚੀਜ਼ ਨੂੰ ਲੈ ਕੇ। ਜਿਹੜਾ ਤੁਸੀਂ ਆ ਚਾਹ ਪੱਤੀ ਦੀ ਗੱਲ ਕੀਤੀ ਹੈ, ਹੁਣ ਜਦੋਂ ਯੂਕਰੇਨ ਤੇ ਰਸ਼ੀਆ ਦੀ ਵਾਰ, ਠੀਕ ਹੈ, ਸਪੇਸ ਵੈਕਿਊਮ ਕ੍ਰੀਏਟ ਹੋਇਆ, ਇੱਧਰ ਸ਼੍ਰੀਲੰਕਾ ਟੁੱਟਿਆ ਜੀ। ਸ਼੍ਰੀਲੰਕਾ ਵੱਲੋਂ ਚਾਹ ਸਪਲਾਈ ਹੁੰਦੀ ਸੀ, ਠੀਕ ਹੈ, ਅਸੀਂ ਸ਼੍ਰੀਲੰਕਾ ਨੂੰ ਬਹੁਤ ਇਮਦਾਦ ਦਿੰਦੇ ਗਏ ਹਾਂ ਕਿਉਂਕਿ ਸਾਡਾ ਪੜੋਸੀ ਮੁਲਕ ਆ, ਪਰ ਟ੍ਰੇਡ ਇਜ਼ ਟ੍ਰੇਡ। ਹੁਣ ਉੱਥੇ ਜਦੋਂ ਵੈਕਿਊਮ ਕ੍ਰੀਏਟ ਹੋਇਆ, ਕਿਉਂਕਿ ਸ਼੍ਰੀਲੰਕਾ ਤੋਂ ਬਹੁਤ ਚਾਹ ਸਪਲਾਈ ਹੁੰਦੀ, ਉਹ ਚਾਹ ਸਪਲਾਈ ਨਹੀਂ ਕਰਦਾ, ਤਾਂ ਫਿਰ ਇੰਡੀਆ ਕੋਲੋਂ ਚਾਹ ਜਾਣ ਲੱਗ ਪਈ। ਲੇਕਿਨ ਅਸਾਈਨਮੈਂਟਸ ਕੈਂਸਲ ਹੋਈਆਂ ਬਿਕੋਜ਼ ਆਫ ਕੁਆਲਿਟੀ। ਬੜੀ ਸ਼ਰਮ ਦੀ ਗੱਲ ਹੈ ਕਿ ਸਾਨੂੰ ਇੱਕ ਚੰਗਾ ਭਲਾ ਫੀਲਡ ਮਿਲਿਆ, ਸਪੇਸ ਮਿਲਿਆ, ਔਰ ਅਸੀਂ ਆਪਣੀ ਚੀਜ਼ ਨੂੰ ਉੱਥੇ ਲਾਂਚ ਕਰ ਸਕਦੇ ਹਾਂ, ਬਟ ਰਿਜੈਕਸ਼ਨਸ ਮਿਲੀਆਂ। ਸੋ ਇਹ ਚੀਜ਼ ਜਿਹੜੀ ਤੁਸੀਂ ਮੋਦੀ ਸਾਹਿਬ ਦੀ ਗੱਲ ਕਹਿੰਦੇ ਹੋ, ਇਹ ਵੀ ਚੀਜ਼ ਦੇਖਣ ਨੂੰ ਮਿਲੀ ਹੈ ਪਿੱਛੇ ਜੇ। ਹੁਣ ਉਸ ਤੋਂ ਬਾਅਦ ਫਿਰ ਟਰਾਈ ਹੋ ਰਹੀ ਹੈ, ਚਲੋ ਵਧੀਆ, ਅਸੀਂ ਪਾਸ ਹੋਏ ਸਾਡੇ। ਅੱਛਾ, ਟ੍ਰੇਡ ਤੁਸੀਂ ਜਦੋਂ ਕੁਆਲਿਟੀ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਸਾਡੀ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਬਾਸਮਤੀ ਜਿਹੜੀ ਸੀ, ਉਹ ਤਕਰੀਬਨ 16 ਤਰ੍ਹਾਂ ਦੇ ਜਿਹੜੇ ਸਾਡੇ ਰਾਈਸ ਸੀਗੇ ਉਹ ਵੀ ਰਿਜੈਕਟ ਹੋ ਗਏ ਸੀਗੇ ਇੰਡੀਆ ਦੇ ਪਿਛਲੇ ਸਾਲ। ਕੁਆਲਿਟੀ ਤੋਂ ਅਸੀਂ ਬੜੇ ਡਿਟਰੋਏਟ ਹੋ ਰਹੇ ਹਾਂ। ਮੈਨੂੰ ਲੱਗਦਾ ਅਸੀਂ ਮੇਨਟੇਨ ਹੀ ਨਹੀਂ ਕਰਦੇ। ਅਸੀਂ ਕਹਿੰਦੇ ਨਾ ਕਿ ਬੜਾ ਕੁਝ ਅਸੀਂ ਪਲੇਟ ਦੇ ਵਿੱਚ ਪਰੋਸਦੇ ਹਾਂ, ਪਰ ਉਹ ਬੜੇ ਕੁਝ ਦੇ ਵਿੱਚ ਅਸੀਂ ਜ਼ਹਿਰ ਹੀ ਪਰੋਸੀ ਜਾਂਦੇ ਹਾਂ। ਕੁਆਲਿਟੀ ਅਸੀਂ ਵੈਰਾਈਟੀ ਦੇਣ ਦੇ ਚੱਕਰ 'ਚ ਨਾ ਕੁਆਲਿਟੀ ਨੂੰ ਕੰਪਰੋਮਾਈਜ਼ ਕਰੀ ਜਾਂਦੇ ਆ। ਹੁਣ ਇੰਟਰਨੈਸ਼ਨਲ ਜਿਹੜਾ ਆ, ਉਹ ਉਹਨਾਂ ਦਾ ਜਿਹੜਾ, ਆਪਾਂ ਜੇ ਅਮਰੀਕਾ ਦੀ ਗੱਲ ਕਰੀਏ, ਉਹਨਾਂ ਦਾ ਜਿਹੜਾ ਡਰੱਗ ਐਂਡ ਫੂਡ ਆ, ਉਹ ਪੂਰੀ ਤਰੀਕੇ ਦੇ ਨਾਲ ਚੈੱਕ ਕਰਦਾ। ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਜਦੋਂ ਦੋਸਤਾਂ ਮਿੱਤਰਾਂ ਨਾਲ ਗੱਲ ਕਰਦੇ ਹਾਂ, ਸਾਡੀਆਂ ਮੈਗੀਆਂ, ਸਾਡੇ ਪ੍ਰੋਡਕਟ ਜਿਹੜੇ ਨੇ ਉੱਥੇ ਉਹਨਾਂ ਦੇ ਡਰੱਗ ਐਂਡ ਫੂਡ ਸੇਫਟੀ ਐਕਟ ਦੇ ਵਿੱਚ ਪੂਰੇ ਨਿੱਤਰਦੇ ਨੇ।
ਪਰ ਜਦੋਂ ਸਾਡੇ ਮੁਲਕ 'ਚ ਅਸੀਂ ਉਹਨੂੰ ਕੰਜ਼ਿਊਮ ਕਰਦੇ ਹਾਂ ਤੇ ਉਹ ਬਿਲੋ ਦਾ ਐਵਰੇਜ ਹੁੰਦੇ ਨੇ। ਪਤਾ ਨਹੀਂ ਕੀ ਚੱਕਰ ਆ ਕਿ ਅਸੀਂ ਇੰਨੇ ਜ਼ਿਆਦਾ ਉਹ ਹੋ ਗਏ, ਡਿੱਗ ਗਏ ਥੱਲੇ। ਕੁਛ ਨਾ ਕੰਪਨੀਆਂ ਨੇ, ਜਿਵੇਂ ਹੁਣ ਕੋਕ ਦੀ ਗੱਲ ਕਰੀਏ ਆਪਾਂ, ਕੋਕ ਸੇਮ ਕੰਪਨੀ ਹੈ, ਪਰ ਜਿਹੜਾ ਅਮਰੀਕਾ ਦੇ ਵਿੱਚ ਕੋਕ ਹੈ ਉਹਦੀ ਜਿਹੜੀ ਕੁਆਲਿਟੀ ਆ, ਇੰਡੀਆ ਦੇ ਵਿੱਚ ਜਿਹੜਾ ਕੋਕ ਹੈ ਉਹਦੀ ਕੁਆਲਿਟੀ ਨਾਲੋਂ 1000 ਟਾਈਮਸ ਬੈਟਰ ਆ। ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜੇ ਉਸ ਕੁਆਲਿਟੀ ਦਾ ਕੋਕ ਇੱਥੇ ਲਾਂਚ ਕੀਤਾ ਤਾਂ ਸਾਡੀ ਸੇਲ ਘਟੇਗੀ, ਕਿਉਂਕਿ ਉਹ ਬਹੁਤ ਮਹਿੰਗਾ ਹੋ ਜਾਏਗਾ, ਬਹੁਤ ਕਾਸਟਲੀ ਹੋ ਜਾਏਗਾ, ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਉਹਨੂੰ। ਸਫਰ ਇੱਕ ਉਹ ਸਪੈਸੀਫਿਕ ਉਹਨਾਂ ਦਾ ਟਾਰਗੇਟ ਆਡੀਅנס ਹੋ ਜਾਏਗਾ, ਉੱਥੋਂ ਹੀ ਬਿਜ਼ਨਸ ਲੈ ਸਕਦੇ ਨੇ। ਉਹਨਾਂ ਦੀ ਜਿਹੜੀ ਮੰਡੀ ਹੈ ਉਹਦਾ ਸਾਈਜ਼ ਜਿਹੜਾ ਨਾ ਸੁੰਗੜ ਜੂਗਾ। ਇਸ ਕਰਕੇ ਉਹ ਕੁਆਲਿਟੀ ਕੰਪਰੋਮਾਈਜ਼ ਇੰਡੀਆ ਦੇ ਮੁਤਾਬਿਕ ਜੋ ਅਮਰੀਕਾ ਦੇ ਕੰਪੈਰੀਟਿਵਲੀ ਦੇਖੀਏ ਤਾਂ ਕੁਆਲਿਟੀ ਕੰਪਰੋਮਾਈਜ਼ ਇੱਥੇ ਵੀ ਹੈਗਾ ਕੋਕ ਦਾ, ਉਸ ਜ਼ਬਰਦਸਤ ਲੈਵਲ ਦਾ। ਫਿਲਹਾਲ ਆਪਾਂ ਗੱਲ ਟ੍ਰੇਡ ਦੀ ਕਰ ਰਹੇ ਸੀ, ਟ੍ਰੇਡ ਦੀ ਆ। ਉਸ ਤੋਂ ਬਾਅਦ ਟੂਰਿਜ਼ਮ। ਟੂਰਿਜ਼ਮ ਸਦੀਆਂ ਤੋਂ ਪੰਜਾਬ ਜਾਂ ਭਾਰਤ ਦੀ ਗੱਲ ਕੀਤੀ ਜਾਵੇ ਨਾ, ਤੇ ਟੂਰਿਜ਼ਮ ਦਾ ਬਹੁਤ ਸਕੋਪ ਰਿਹਾ, ਬਹੁਤ ਸਕੋਪ ਰਿਹਾ। ਇੰਨਾ ਕੁਛ ਹੈ ਕਿ ਇੱਥੇ ਤੁਸੀਂ ਆਪਾਂ ਕੇਰਲਾ ਦੀ ਗੱਲ ਕਰਦੇ ਹਾਂ, ਫਿਰ ਦੂਸਰਾ ਪੜਾਅ ਸਾਡੇ ਕੋਲ ਇੱਕ ਜੰਮੂ ਕਸ਼ਮੀਰ ਆ, ਲੇਹ ਲਦਾਖ ਹੈ, ਕੰਨਿਆ ਕੁਮਾਰੀ ਆ, ਸਾਊਥ ਹੈ ਸਾਡੇ ਕੋਲੇ, ਰਾਜਸਥਾਨ ਹੈ, ਮਤਲਬ ਹਰ ਚੀਜ਼ ਭਾਰਤ ਦੇ ਵਿੱਚ ਹੈਗੀ ਆ। ਪਰ ਟੂਰਿਜ਼ਮ ਨੂੰ ਲੈ ਕੇ ਸ਼ਾਇਦ ਮੈਨੂੰ ਲੱਗਦਾ ਕਿ ਅਸੀਂ ਟੂਰਿਜ਼ਮ ਆਉਂਦਾ ਇੱਥੇ, ਨੋ ਡਾਊਟ ਆਉਂਦਾ ਹੈ, ਪਰ ਪਤਾ ਨਹੀਂ ਕਿਉਂ ਅਸੀਂ ਟੂਰਿਜ਼ਮ ਨੂੰ ਵੀ ਨਹੀਂ ਸੈੱਟ ਕਰ ਸਕੇ। ਨਾ ਹੀ ਸਾਡਾ ਟ੍ਰੇਡ ਪ੍ਰੋਪਰ ਹੋ ਗਿਆ, ਨਾ ਹੀ ਟੂਰਿਜ਼ਮ ਹੋ ਗਿਆ। ਕਹਿੰਦੇ ਹੁੰਦਾ ਨਾ ਕਿ ਬਹੁਤਾ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ, ਉਹ ਸਾਡੇ ਨਾਲ ਉਹੀ ਹੋਇਆ। ਅਸੀਂ ਬਹੁਤੇ ਘਰਾਂ ਦੇ ਪ੍ਰਾਹੁਣੇ ਆ ਤੇ ਅਸੀਂ ਭੁੱਖੇ ਹੀ ਰਹਿ ਗਏ। ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਤੀਸਰੀ ਗੱਲ ਕੀਤੀ ਉਹ ਟੈਕਨੋਲੋਜੀ ਕੀਤੀ, ਵੀ ਟੈਕਨੋਲੋਜੀ ਦੇ ਵਿੱਚ ਅਸੀਂ ਅੱਗੇ ਹੋਣਾ। ਚਲੋ ਸੋ ਫਾਰ ਬੈਟਰ ਹੋ ਗਏ ਸੀ ਟੈਕਨੋਲੋਜੀ ਦਿਓ। ਪਰ ਮੈਂ ਇਹ ਕਹਿਣਾ ਸੀ ਵੀ ਇਹ 3 ਧੀਆਂ ਜਿਹੜੀਆਂ ਕਹਿੰਦੇ ਨੇ ਇਹ ਨਵੀਆਂ ਤਾਂ ਹੈ ਨਹੀਂ, 75 ਸਾਲ ਹੋ ਗਏ, ਹਜੇ ਤੱਕ ਕਿਉਂ ਨਹੀਂ ਡਿਵੈਲਪ ਹੋਈਆਂ? ਗੱਲ ਇਹੀ ਹੈ ਨਾ, ਹੁਣ ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ, ਅਸੀਂ ਕਿੱਦਾਂ ਡਿਵੈਲਪ ਕੀਤੀ ਹੈ। ਇਹਦੇ 'ਚ ਨਾ ਇੱਕ ਮੈਨੂੰ ਬੜੀ ਅੱਛੀ ਨਿਊਜ਼ ਮਿਲੀ ਸੀ ਕਿ ਨਵੀਂ ਗੱਲ ਹੋਈ ਹੈ। ਪਹਿਲੀ ਵਾਰ ਅਮਰੀਕਾ ਦੀ ਨੌ ਸੈਨਾ ਦਾ, ਨੇਵੀ ਦਾ ਇੱਕ ਜਹਾਜ਼ ਆ ਜਿਹੜਾ ਸਾਡੇ ਇੱਥੇ ਸਾਊਥ ਵਿੱਚ ਪਹੁੰਚਿਆ ਹੈ, ਜਿਸ ਦਾ ਕਰਨਾਟਕ ਦੇ ਵਿੱਚ ਇੱਕ ਜਗ੍ਹਾ ਹੈ ਕਟੂਪੱਲੀ। ਕਟੂਪੱਲੀ ਦੇ ਵਿੱਚ ਉਹ ਪਹੁੰਚਿਆ ਹੈ। ਅਮਰੀਕਾ ਦੀ ਨੇਵੀ ਦਾ ਇੱਕ ਐਰੋਪਲੇਨ, ਫਾਈਟਰ ਪਲੇਨ, ਔਰ ਉਸ ਦੀ ਮੁਰੰਮਤ ਕਰਵਾਉਣ ਵਾਸਤੇ ਉਹ ਆਏ ਨੇ ਇੰਡੀਆ ਦੇ ਸਾਊਥ ਦੇ ਵਿੱਚ। ਸੋ ਇਹ ਟੈਕਨੋਲੋਜੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸਾਨੂੰ ਬਹੁਤ ਅੱਛਾ ਮਿਲਿਆ ਹੈ ਇੱਕ ਐਗਜ਼ਾਮਪਲ। ਐਂਡ ਲਾਰਸਨ ਐਂਡ ਟੂਰਬੋ ਜਿਹੜੀ ਕੰਪਨੀ ਹੈ ਉਹਦਾ ਜਿਹੜਾ ਯਾਰਡਸ਼ਿਪ ਆ ਉਹਦੇ ਵਿੱਚ ਇਸ ਵਕਤ ਉਹ ਜਹਾਜ਼ ਹੈ ਔਰ ਉਹਦੀ ਮੁਰੰਮਤ ਕਰ ਰਹੀ ਹੈ ਇੰਡੀਅਨ ਕੰਪਨੀ। ਸੋਚ ਸਕਦੇ ਸੀ ਵੀ ਭਲਾ ਇਦਾਂ ਹੋਊਗਾ, ਪਰ ਚਲੋ ਠੀਕ ਹੈ, ਹੋ ਗਿਆ। ਅੱਗੇ ਵਧਦੇ ਹਾਂ। ਬਿਲਕੁਲ ਅੱਗੇ ਵਧਦੇ ਹਾਂ ਜੀ। ਸੋ ਬਿਜਲੀ ਦੀ ਗੱਲ ਕਾਫੀ ਹੋ ਰਹੀ ਹੈ, ਕੱਟ ਵੀ ਬਹੁਤ ਜ਼ਿਆਦਾ ਹੋ ਰਹੇ ਨੇ। 300 ਯੂਨਿਟ 600 ਯੂਨਿਟ ਨੂੰ ਲੈ ਕੇ ਕਾਫੀ ਰੌਲਾ ਵੀ ਪਿਆ, ਫਿਰ ਉਹਦੇ ਵਿੱਚ ਕੈਟਾਗਰੀਜ਼ ਵੀ ਬਣ ਗਈਆਂ। ਹੁਣ ਆਪਣੀ ਜੋ ਪਾਰਲੀਮੈਂਟ ਸੈਂਟਰ ਦੇ ਵਿੱਚ ਉੱਥੇ ਬਿੱਲ ਪੇਸ਼ ਹੋ ਗਿਆ ਔਰ ਬਿਜਲੀ ਪੇਸ਼ ਹੋਇਆ ਨਹੀਂ, ਸਾਰੀਆਂ ਤਰਜੀਹਾਂ ਕਰ ਲਈਆਂ ਉਹਨਾਂ ਨੇ। ਨਹੀਂ, ਮੇਰਾ ਖਿਆਲ ਕਹਿ ਰਹੇ ਨੇ ਕਿ ਜਾਂ ਅੱਜ ਹੋਣਾ, ਅੱਜ ਹੋ ਸਕਦਾ ਜਦੋਂ ਤੱਕ ਆਪਾਂ ਰਿਕਾਰਡ ਕਰਦੇ ਪਏ ਸ਼ਾਇਦ। ਹਾਂ, ਕਿਉਂਕਿ ਆਰ ਕੇ ਸਿੰਘ ਜਿਹੜੇ ਸਾਡੇ ਕੇਂਦਰੀ ਬਿਜਲੀ ਮੰਤਰੀ ਆ, ਉਹਨਾਂ ਨੇ ਸਾਰੀਆਂ ਜਿਹੜੀਆਂ ਤਰਜੀਹਾਂ ਨੇ ਉਹ ਕਰ ਲਈਆਂ ਨੇ। ਕਹਿੰਦੇ ਆ ਕਿ ਪੂਰੀਆਂ ਤਿਆਰੀਆਂ ਨੇ। ਵੀ ਹੁਣ ਜਿਵੇਂ ਪਹਿਲਾਂ ਇਹ ਖੇਤੀ ਕਾਨੂੰਨ ਪਾਸ ਹੋਏ ਸੀਗੇ, 370 ਐਬਰੋਗੇਸ਼ਨ ਹੋਈ, ਇੱਦਾਂ ਹੀ ਹੁਣ ਕਹਿੰਦੇ ਜੀ ਇਹ ਵੀ ਧੱਕੇ ਮੁੱਕੀ ਨਾਲ ਹੀ ਕਰ ਦੇਣਾ ਆ, ਵੀ ਕੋਈ ਇਹਦੇ ਤੇ ਚਿੱਤ ਸਲਾਹ ਨਹੀਂ, ਕੋਈ ਇਹਦੇ ਤੇ ਗੱਲਬਾਤ ਨਹੀਂ, ਐਂ ਹੀ ਕਰ ਦੇਣਾ, ਕੋਈ ਡਿਸਕਸ਼ਨ ਨਹੀਂ। ਜੇ ਇਦਾਂ ਹੁੰਦਾ ਆ, ਹੁਣ ਇਹ ਗੱਲ ਹੈ ਕਿ ਇਹ ਬਿੱਲ ਹੈ ਕੀ ਆ, ਜਿੱਦਾਂ ਸਾਰੇ ਰੋਈ ਪੁੱਟੀ ਜਾਂਦੇ ਵੀ ਇਹ ਬਿੱਲ ਕਾਹਤੋਂ ਪਾਸ ਕਰਦੇ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਖੇਤੀ ਕਾਨੂੰਨਾਂ ਲਈ ਸੰਘਰਸ਼ ਹੁੰਦਾ ਸੀ ਤੇ ਇਹ ਬਿਜਲੀ ਸੋਧ ਬਿੱਲਾਂ ਉੱਤੇ ਵੀ ਅਸੀਂ ਸੰਘਰਸ਼ ਕਰਦੇ ਸੀ। ਬਿਲਕੁਲ ਕਰਦੇ ਸੀ। ਹੁਣ ਜਿਹੜੀ ਪਾਵਰ ਅਲਾਟਮੈਂਟ ਹੁੰਦੀ ਆ ਨਾ ਕੇਂਦਰ ਤੋਂ, ਜਿਹੜੀ ਸਟੇਟਸ ਨੂੰ ਹੁੰਦੀ ਆ, ਉਹ ਸਰਕਾਰੀ ਹੱਥਾਂ ਦੇ ਵਿੱਚ ਆ, ਕਮਿਸ਼ਨਡ ਆ। ਜੇ ਇਹ ਬਿੱਲ ਪਾਸ ਹੁੰਦਾ ਤੇ ਕਹਿੰਦੇ ਜੀ ਇਹਦੀਆਂ ਤਰਜੀਹਾਂ, ਹਾਲਾਂਕਿ ਇਹ ਬਿੱਲ ਦੇ ਜਿਹੜੇ ਆਪਾਂ ਕਹਿ ਲਈਏ ਕਿ ਕੀ ਬਿੱਲ ਦੇ ਵਿੱਚ ਹੈਗਾ ਕਿਸੇ ਨੂੰ ਨਹੀਂ ਪਤਾ। ਨਾ ਹੀ ਅੱਗੇ ਇਦਾਂ ਹੁੰਦਾ ਨਾ ਕਿ ਐਕਸਪਰਟ ਕਮੇਟੀ ਤੋਂ ਸਲਾਹਾਂ ਲਈ ਜਾਂਦੀਆਂ ਸੀ, ਵੱਖਰੇ ਲੋਕਾਂ ਤੋਂ ਸਲਾਹਾਂ ਲਈਆਂ ਜਾਂਦੀਆਂ ਸੀ ਡਰਾਫਟ ਟਾਈਮ, ਉਹ ਵੀ ਕੁਝ ਨਹੀਂ ਲਿਆ। ਪਤਾ ਨਹੀਂ ਸੀਕ੍ਰੇਟ ਬੰਦਿਆਂ ਨੇ ਬਿੱਲ ਬਣਾ ਲਏ ਆ ਤੇ ਬਿੱਲ ਹੋ ਜਾਣੇ ਆ। ਤੇ ਨਾ ਹੀ ਇਹ ਜਿਹੜੀ ਆਪਾਂ ਕਹਿ ਲਈਏ ਕਿ ਵੈਬਸਾਈਟ ਦੇ ਉੱਤੇ ਜਿਹੜੀ ਕੇਂਦਰੀ ਵੈਬਸਾਈਟ ਹੁੰਦੀ ਹੈ ਜਿਹੜੀ ਉਹ ਚੀਜ਼ ਉੱਤੇ ਪੈਂਦੀ ਹੈ, ਨਾ ਹੀ ਉਹਦੇ 'ਤੇ ਪਿਆ ਆ। ਹੁਣ ਹੋਊਗਾ ਕੀ? ਕਿਉਂਕਿ ਜਿਹੜੇ ਐਕਸਪਰਟ ਕਹਿੰਦੇ ਨੇ ਉਹ ਇਹ ਕਹਿੰਦੇ ਨੇ ਕਿ ਬਿੱਲ ਦੇ ਵਿੱਚ ਜਿਹੜਾ ਆ ਪ੍ਰਾਈਵੇਟ ਫਰਮਸ ਨੂੰ ਜਿਹੜਾ ਆ ਉਹ ਵਧੇਕ ਜਿਹੜਾ ਫਾਇਦਾ ਦੇਣ ਵਾਲੀ ਗੱਲ ਹੈ ਕਿ ਉਹਨਾਂ ਦੇ ਹੱਥ ਸਾਰੀ ਬਿਜਲੀ ਦੇਣੀ ਆ, ਅਲਾਟਮੈਂਟ ਵੀ ਉਹੀ ਕਰਨਗੇ। ਬਿਲਕੁਲ ਅਲਾਟਮੈਂਟ ਕਰਨਗੇ ਔਰ ਸਰਕਾਰੀ ਜਿਹੜਾ ਸਟਰਕਚਰ ਹੈ ਉਹਦਾ ਇਸਤੇਮਾਲ ਕਰਨਗੇ ਆਪਣੇ ਮੁਨਾਫੇ ਦੇ ਲਈ। ਤਾਂ ਇਹਦੇ ਨਾਲ ਫਿਰ ਹੋਏਗਾ ਕਿ ਵੈਲਫੇਅਰ ਦਾ ਕੋਈ ਜਿਹੜਾ ਵੈਲਫੇਅਰ ਪੁਆਇੰਟ ਹੁੰਦਾ ਨਾ ਕਿ ਸਟੇਟ ਵੈਲਫੇਅਰ, ਉਹ ਵੈਲਫੇਅਰ ਵਾਲਾ ਤੁਸੀਂ ਪੁਆਇੰਟ ਕੱਢ ਦਿਓ ਤੇ ਬਾਕੀ ਸਾਰਾ ਕੁਝ ਐਂ ਚੱਲਣਾ। ਜਿਹੜੀ ਕਮਿਸ਼ਨਡ ਲੋਕ ਹੁੰਦੇ ਨੇ ਉਹਨਾਂ ਦੀ ਕਮਿਸ਼ਨ ਦੀ ਵੀ ਜਿਹੜੀ ਆ ਉਹ ਉਹਨਾਂ ਨੂੰ ਅਣਦੇਖਿਆ ਕੀਤਾ ਜਾਊਗਾ। ਇਹਦੇ ਵਿੱਚ ਬੜਾ ਕੁਝ ਹੋ ਜਾਣਾ ਆ। ਸੋ ਇਹ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਕੰਨ ਚੱਕਣ ਵਾਲੀ ਗੱਲ ਆ। ਹੋ ਸਕਦਾ ਉਹ ਵੀ ਹੋਵੇ ਕਿ ਜਿਹੜਾ ਆਪਾਂ ਪਹਿਲਾਂ ਕਹਿੰਦੇ ਸੀ ਮੀਟਰ ਪ੍ਰੀ ਚਾਰਜ ਕਰਵਾਉਣਾ, ਇਹ ਵੀ ਹੋ ਸਕਦਾ। ਇਹਦੇ ਵਿੱਚ ਕੋਈ ਦੁਰਾਏ ਨਹੀਂ ਹੈਗਾ, ਚਿਪ ਵਾਲਾ ਮੀਟਰ ਵੀ ਲੱਗ ਸਕਦਾ ਆ। ਜਾਂ ਫਿਰ ਕਹਿ ਲਓ ਕਿ ਇੰਨਾ ਸਟ੍ਰਿਕਟ ਹੋ ਜਾਣਾ ਆ ਕਿ ਤੁਸੀਂ ਜਿਹੜਾ ਆ ਕਿ ਜਿੱਦਾਂ ਹੁਣ ਹੁੰਦਾ ਨਾ ਵੀ
ਇੰਨੀਆਂ ਯੂਨਿਟਾਂ ਮਾਫ ਆ ਤਾਂ ਤੁਸੀਂ ਗਵਰਨਮੈਂਟ ਫਿਰ ਮਜਬੂਰ ਹੀ ਹੋ ਜਾਊਗੀ, ਸਟੇਟ ਗਵਰਨਮੈਂਟ ਜਿਹੜੇ ਵਾਅਦੇ ਕੀਤੇ ਵੀ ਉਹ ਯੂਨਿਟਾਂ ਮਾਫ ਹੀ ਨਹੀਂ ਕਰ ਸਕੂ ਕਿਉਂਕਿ ਮਹਿੰਗਾ ਇੰਨਾ ਕੰਮ ਹੋ ਜਾਣਾ। ਮਤਲਬ ਸੋਚਣ ਵਾਲੀ ਗੱਲ ਇਹ ਹੈ ਕਿ ਇਦਾਂ ਦੇ ਕੰਮ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਕਿ ਵਾਕਈ ਇੱਕ ਸਰਕਾਰਾਂ ਖਾਲੀ ਹੋ ਚੁੱਕੀਆਂ ਨੇ, ਖਜ਼ਾਨੇ ਖਾਲੀ ਹੋ ਚੁੱਕੇ ਨੇ, ਅਸੀਂ ਸਭ ਚੀਜ਼ਾਂ ਵੇਚਣ ਤੇ ਆ ਗਏ ਹਾਂ। ਅਸੀਂ ਸਵੇਰੇ ਉੱਠਣ ਸਾਰ ਇਹ ਸੋਚਣਾ ਹੁੰਦਾ ਕਿ ਅੱਜ ਕੀ ਵੇਚੀਏ, ਕਈ ਤੋਂ 4 ਪੈਸੇ ਕਮਾ ਲਈਏ। ਤੁਹਾਨੂੰ ਤੁਸੀਂ ਦੇਖਿਓ ਬੜੀਆਂ ਸਾਰੀਆਂ ਅਸੀਂ ਫਿਲਮਾਂ ਦੇਖਦੇ ਹੁੰਦੇ ਸੀ ਵੀ ਜਿਹਦੇ ਵਿੱਚ ਉਹ ਪਤਾ ਲੱਗਦਾ ਸੀ ਕਿ ਰਾਜੇ ਮਹਾਰਾਜਿਆਂ ਦੇ ਕੋਲ ਪੈਸੇ ਹੀ ਨਹੀਂ ਬਚੇ, ਉਹਨਾਂ ਨੇ ਅਯਾਸ਼ੀਆਂ ਹੀ ਬਹੁਤ ਕਰ ਲਈਆਂ ਤੇ ਉਹਨਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਵੀ ਸਾਡੀ ਜਿਹੜੀ ਇਨਕਮ ਆ ਰਹੀ ਆ ਉਹ ਕਿਤੋਂ ਆ ਰਹੀ ਹੈ ਕਿ ਨਹੀਂ ਆ ਰਹੀ। ਫਿਰ ਇਦਾਂ ਹੋ ਗਿਆ ਵੀ ਅਮਰੀਕਾ ਦੇ ਵੀ ਵਿੱਚ ਕਹਿੰਦੇ ਜਦੋਂ ਬੜੇ ਲੋਕੀ ਹੋਏ ਸੀਗੇ ਇਦਾਂ ਦੇ ਤੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਜ਼ਮੀਨਾਂ ਸੀ ਜਾਂ ਜਿਹੜੇ ਮਹਿਲ ਸੀਗੇ ਉਹ ਕਿਰਾਏ ਤੇ ਚਾੜਨੇ ਪਏ ਸੀਗੇ। ਉਹ ਪਹਿਲਾਂ ਕਿਰਾਏ ਤੇ ਚਾੜੇ, ਫਿਰ ਉਹਨਾਂ ਨੇ ਪ੍ਰਾਈਵੇਟ ਹੱਥੀਂ ਵੇਚ ਦਿੱਤੇ ਕਿਉਂਕਿ ਉਹਨਾਂ ਨੇ ਹੁਣ ਜੀਣਾ ਤਾਂ ਸੀਗਾ ਕਿ ਉਹ ਕਹਿੰਦੇ ਅਸੀਂ ਆਪਣੇ ਐਸ਼ੋ ਆਰਾਮ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਜੀ। ਤੇ ਇਦਾਂ ਹੀ ਸਾਡੀਆਂ ਗਵਰਨਮੈਂਟਾਂ ਕਰਦੀਆਂ ਆਈਆਂ ਨੇ। ਦੇਖੋ ਮੈਂ ਨਾ ਇੱਕ ਵਾਰੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੇ ਤੇ ਕਹਿੰਦੇ ਜੀ ਇਹ ਕਿਤੇ ਇਕਨੋਮੀ ਉਦੋਂ ਬੜੀ ਡਾਊਨ ਹੋ ਗਈ, ਪੰਜਾਬ ਦੇ ਵਿੱਚ ਬੁਰੇ ਹਾਲ, ਬੌਂਕੇ ਦਿਹਾੜੇ, ਗਰਮੀਆਂ ਦੇ ਦਿਨ, ਤੇ ਇਹ ਕਹਿੰਦੇ ਜੀ ਇਹਨਾਂ ਨੇ ਉਹ ਕਰਨੀ ਆ, ਮੰਥਨ ਕਰਨਾ ਆ, ਆਲ ਪਾਰਟੀ ਮੰਥਨ ਹੋਊਗਾ ਜੀ ਕਿੱਦਾਂ ਪੰਜਾਬ ਨੂੰ ਪ੍ਰੋਗਰੈਸ ਕੀਤਾ ਜਾਵੇ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਰਜ਼ਾ ਬਹੁਤ ਹੋ ਗਿਆ ਜੀ। ਉਦੋਂ ਨਵਾਂ ਕਰਜ਼ੇ ਵਾਲਾ ਟਰਮ ਹੁੰਦੀ ਨਾ ਕਰਜ਼ਾ, ਉਹ ਨਵੀਂ ਟਰਮ ਆਈ ਸੀਗੀ। ਇਹਨਾਂ ਨੇ ਦੇਖੋ ਕਿੱਥੇ ਮੰਥਨ ਕੀਤਾ, ਗੋਆ ਬੁੱਕ ਕਰਾਏ, ਗੋਆ ਰਿਸੋਰਟ ਬੁੱਕ ਕਰਾਇਆ ਆਲ ਪਾਰਟੀ ਦੇ ਲਈ ਤੇ ਸਾਰਿਆਂ ਨੇ ਮੰਥਨ ਕੀਤਾ। ਜਿੰਨਾ ਮੰਥਨ ਤਾਂ ਮੈਨੂੰ ਪਤਾ ਨਹੀਂ ਵੀ ਹੋਇਆ ਕਿ ਨਹੀਂ ਹੋਇਆ। ਮੈਂ ਸੋਚਦਾ ਸੀ ਵੀ ਦੇਖੋ ਜਦੋਂ ਕਈ ਵਾਰੀ ਘਰ 'ਚ ਪੈਸੇ ਨਹੀਂ ਹੁੰਦੇ ਤੇ ਅਸੀਂ ਬੜੇ ਹੱਥ ਘੁੱਟ ਕੇ ਵਰਤਦੇ ਹੁੰਦੇ ਆ ਵੀ ਅੱਜ ਜਿਹੜਾ ਆ ਪ੍ਰਾਹੁਣੇ ਨਾ ਸੱਦੀਏ ਜਾਂ ਕਿਤੇ ਚੱਲੀਏ ਜਾਂ ਕਿੱਦਾਂ ਕਰ ਲਈਏ, ਖਰਚਾ ਘਟਾਓ। ਇਹ ਦੇਖ ਲਓ ਖਰਚਾ ਦੁੱਗਣਾ ਕਰਕੇ ਉਹਦੇ ਤੇ ਮੰਥਨ ਕਰਕੇ ਆਉਂਦੇ ਆ। ਹੁਣ ਐਦਾਂ ਹੀ ਆਮ ਆਦਮੀ ਪਾਰਟੀ ਵੀ ਆਪਾਂ ਕਹਿੰਦੇ ਸੀ ਵੀ ਕਹਿੰਦੇ ਵੀ ਪੈਸਾ ਹੈ ਨਹੀਂ, ਫਲਾਨਾ ਹੈ ਨਹੀਂ। ਉਧਰੋਂ ਕਾਂਗਰਸ ਹੁਣੇ ਗਈ ਆ, ਉਹ ਵੀ ਕਹਿੰਦੀ ਸੀ ਪੈਸਾ ਹੈ ਨਹੀਂ, ਫਲਾਨਾ ਹੈ ਨਹੀਂ। ਤੇ ਜਾਂਦੇ ਹੋਏ ਪਤੰਦਰ ਜਿਹੜੇ ਆਪਣੇ ਘਰਾਂ ਨੂੰ ਚੀਜ਼ਾਂ ਲੈ ਕੇ ਗਏ ਆ, ਜਿਹੜੇ ਵੱਡੇ ਏਅਰ ਕੰਡੀਸ਼ਨ ਲੈ ਕੇ ਗਏ ਆ, ਪੇਂਟਿੰਗਾਂ ਲੈ ਕੇ ਗਏ ਆ, ਉਹ ਕਿੱਥੋਂ ਆਈਆਂ? ਉਹ ਸਰਕਾਰੀ ਖਜ਼ਾਨੇ ਚੋਂ ਲੈ ਲਈਆਂ ਜੀ ਇਹਨਾਂ ਨੇ। ਸਭ ਕੁਝ ਇਦਾਂ ਵੱਡੇ ਸਟੈਚੂ ਬਣਦੇ ਨੇ, ਨਵੀਂ ਪਾਰਲੀਮੈਂਟ ਬਣਾਉਣੀ ਹੈ, ਲੱਖਾਂ ਰੁਪਏ ਦੇ ਪਲੇਨਸ ਆਉਂਦੇ ਨੇ, ਠੀਕ ਹੈ ਨਾ। ਆਪਣੇ ਖਰਚੇ ਉਹਨਾਂ ਨੇ ਉਦਾਂ ਹੀ ਰੱਖੇ ਹੋਏ ਨੇ, ਵਾਧੂ ਖਰਚੇ ਰੱਖੇ ਉਹੀ ਆ। ਹੁਣ ਆਪ ਦੇਖੋ, ਆਪਾਂ ਦੇਖੀਏ ਕਿ ਮੋਦੀ ਸਾਹਿਬ ਨੇ ਵੀ ਬੜੀ ਵਧੀਆ ਰੇਂਜ ਰੋਵਰ ਲਈ ਆ। ਇਹ ਜਿੱਦਾਂ ਦੀ ਕਹਿੰਦੇ ਜੀ ਅਮਰੀਕਾ ਵਾਲੇ ਤੋਂ ਹੈਗੀ ਉਦਾਂ ਦੀ ਲੈਣੀ ਆ। ਉਹ ਰੇਂਜ ਰੋਵਰ ਫਿਰ ਅਮਰੀਕਾ ਵਾਲੇ ਤੋਂ ਇੰਸਪਾਇਰ ਹੋ ਕੇ ਲਈ, ਉਹ ਪਤਾ ਨਹੀਂ ਕਿੰਨੇ ਕਰੋੜਾਂ ਦੀ ਆ। ਵੀ ਪਹਿਲੀਆਂ ਵੀ ਤਾਂ ਗੱਡੀਆਂ ਹੈਗੀਆਂ ਸੀ ਸਾਡੇ ਕੋਲੇ। ਉਹ ਗੱਲ ਉਹ ਆ ਨਾ ਵੀ ਅਸੀਂ ਕਹਿੰਦੇ ਹੁੰਦੇ ਨਾ ਵੀ ਜੋ ਮਰਜ਼ੀ ਹੁੰਦਾ ਰਹੇ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਉਹ ਗੱਲ ਇਹ ਆ ਕਿ ਸਰਕਾਰਾਂ ਇਹ ਕਹਿੰਦੀਆਂ ਵੀ ਸਾਡੇ ਖਰਚੇ ਨਹੀਂ ਘੱਟ ਹੋਣੇ ਚਾਹੀਦੇ। ਬਿਲਕੁਲ ਉਹਨਾਂ ਰਾਜਿਆਂ ਵਾਂਗੂ ਵੀ ਅਸੀਂ ਤਾਂ ਉਹੀ ਜ਼ਿੰਦਗੀ ਜੀਣੀ, ਚਾਹੇ ਸਾਨੂੰ ਗਹਿਣੇ ਰੱਖਣਾ ਪੈ ਜਾਵੇ। ਹੁਣ ਆ ਗਹਿਣੇ ਰੱਖੀ ਜਾਂਦੇ ਆ। ਕਦੇ ਮੈਂ ਦੇਖਿਆ ਜੀ ਕਹਿੰਦੇ ਜੀ ਲਾਲ ਕਿਲ੍ਹਾ ਵੀ ਗਹਿਣੇ ਆ, ਫਲਾਨੀ ਚੀਜ਼ ਵੀ ਗਹਿਣੇ ਆ, ਉਹ ਫਲਾਨੀ ਚੀਜ਼ ਵੀ ਗਹਿਣੇ ਆ। ਪਰ ਇੱਕ ਚੀਜ਼ ਹੈ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਸਾਰੇ ਕਰਜ਼ੇ ਲਿੱਤੇ ਹੋਏ ਨੇ ਨਾ, ਉਹ ਬਾਹਰੋਂ ਘੱਟ ਲਿੱਤੇ ਨੇ, ਵਰਲਡ ਬੈਂਕ ਤੋਂ ਜਾਂ ਬਾਹਰੋਂ ਮੁਲਕਾਂ ਤੋਂ ਘੱਟ ਲਿੱਤੇ ਨੇ। ਜ਼ਿਆਦਾ ਕਰਜ਼ੇ ਸਾਡੇ ਆਪਣੇ ਬੈਂਕਾਂ ਤੋਂ ਹੀ ਲਿੱਤੇ ਹੋਏ ਨੇ ਉਹਨਾਂ ਨੇ, ਔਰ ਬਹੁਤ ਜ਼ਿਆਦਾ ਕਰਜ਼ੇ ਨੇ, ਬਹੁਤ ਜ਼ਿਆਦਾ ਕਰਜ਼ੇ ਨੇ। ਔਰ ਉਹਨਾਂ ਨੂੰ ਮੋੜਨਾ ਕਿਵੇਂ ਹੈ, ਉਹਨਾਂ ਦਾ ਵਿਆਜ ਕਿਵੇਂ ਦੇਣਾ ਹੈ, ਉਹ ਜਿਹੜੀ ਸਾਡੀ ਇਨਕਮ ਟੈਕਸ ਕਲੈਕਸ਼ਨ ਤੋਂ ਹੁੰਦੀ ਹੈ ਉਹਦਾ ਕਿੰਨਾ ਪਰਸੈਂਟ ਤੇ ਇੰਨਾ ਕੰਮਾਂ 'ਚ ਚਲਾ ਜਾਂਦਾ, ਤਨਖਾਹਾਂ 'ਚ, ਸਬਸਿਡੀ ਦੇ ਵਿੱਚ ਔਰ ਪੈਨਸ਼ਨਾਂ ਦੇ ਵਿੱਚ। ਔਰ ਜਿਹੜਾ ਸਹੂਲਤ ਵਾਸਤੇ ਬਚਦਾ ਪਤਾ ਨਹੀਂ 1 ਰੁਪਏ 'ਚੋਂ 30 ਪੈਸੇ ਹੀ ਬਚਦੇ ਹੋਏਗਾ, ਬਾਕੀ ਤਾਂ ਸਭ ਕੁਝ ਖਰਚ ਹੋ ਜਾਂਦਾ ਹੈ। ਔਰ ਵਿਆਜ ਦੇਣ ਦੇ ਵਿੱਚ ਜਿਹੜੇ ਕਰਜ਼ੇ ਲਿੱਤੇ ਹੋਏ ਨੇ ਬੈਂਕਾਂ ਤੋਂ, ਔਰ ਬਹੁਤ ਹੈਵੀ ਮੁੱਲ 'ਤੇ ਲਿੱਤੇ ਹੋਏ ਨੇ। ਮਤਲਬ ਸਾਡਾ ਤੁਹਾਡਾ ਪੈਸਾ ਗਵਰਨਮੈਂਟ ਕੋਲ ਪਿਆ ਹੈ ਕਰਜ਼ੇ ਦੇ ਰੂਪ ਦੇ ਵਿੱਚ, ਜੋ ਅਸੀਂ ਬੈਂਕਾਂ ਦੇ ਵਿੱਚ ਰੱਖਿਆ ਹੋਇਆ ਹੈ। ਇੱਥੋਂ ਤੱਕ ਇਕਨੋਮਿਸਟ ਦੱਸਦੇ ਨੇ। ਸੋ ਇਹ ਸਾਰਾ ਕਰਜ਼ਾ ਲਾਉਣਾ ਕਿਵੇਂ ਹੈ, ਔਰ ਹੋਰ ਕਰਜ਼ਾ ਲਈ ਜਾਂਦੇ ਨੇ, ਫਿਰ ਉਹ ਕਿਵੇਂ ਲਾਉਣਾ ਹੈ? ਇਸ ਕਰਕੇ ਸਾਰਾ ਹੀ ਚੱਕਰ ਗੇੜਾ ਪਿਆ ਹੋਇਆ। ਹੁਣ ਉਹ ਗੇੜੇ 'ਚ ਨਿਕਲਣ ਵਾਸਤੇ ਵੇਚੀ ਜਾਓ, ਸਭ ਪ੍ਰਾਈਵੇਟਾਈਜ਼ ਕਰ ਦਿਓ, ਕਿਸੇ ਦਿਨ ਗਵਰਨਮੈਂਟ ਨਾ ਪ੍ਰਾਈਵੇਟਾਈਜ਼ ਹੋ ਜਾਏ, ਇਹ ਸੋਚਣ ਦੀ ਗੱਲ ਹੈ। ਜੇ ਗਵਰਨਮੈਂਟ ਵੀ ਪ੍ਰਾਈਵੇਟਾਈਜ਼ ਹੋ ਗਈ ਤੇ ਫਿਰ ਮੁਲਕ ਪਤਾ ਨਹੀਂ ਕਿੰਨਾ ਚਲਾਉਣਾ, ਕਿਵੇਂ ਚੱਲੂਗਾ। ਵੈਸੇ ਵੀ ਤਾਂ ਮੁਲਕ ਹੋ ਹੀ ਚਲਾਉਂਦੇ ਆ ਜੀ, ਆਪਾਂ ਤਾਂ ਕੁਝ ਵੀ ਨਹੀਂ ਕਹਿ ਸਕਦੇ। ਪਰ ਚਲੋ ਇਹ ਹੋ ਨਹੀਂ ਸਕਦਾ ਨਾ, ਕਿਉਂਕਿ ਤੁਹਾਨੂੰ ਪਤਾ ਵੀ ਰਾਜੇ ਅਗਲੇ ਉਹ ਆਪਣਾ ਥੋੜੀ ਛੱਡਣਗੇ ਕੰਮ ਕਾਰ। ਬਿਲਕੁਲ ਸਹੀ ਗੱਲ ਹੈ। ਸੋ ਅੱਗੇ ਵਧਦੇ ਹਾਂ। ਸਿੱਧੂ ਮੂਸੇਵਾਲਾ, ਉਹਨਾਂ ਦੇ ਕੇਸ ਦੇ ਵਿੱਚ ਠੀਕ ਹੈ ਹਥਿਆਰ ਕਹਿੰਦੇ ਨੇ ਬਰਾਮਦ ਹੋ ਗਏ ਨੇ, ਜਿਨ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਉਹਨਾਂ ਨੂੰ ਕਤਲ ਕੀਤਾ ਗਿਆ। ਇੱਕ ਤਾਂ ਉਹ ਐਸਪੈਕਟ ਆ। ਦੂਜੇ, ਉਹਨਾਂ ਦੇ ਪਿਤਾ ਜੀ ਬਹੁਤ ਜ਼ਿਆਦਾ ਡਿਸਟਰਬ ਨੇ। ਉਹ ਕਹਿੰਦੇ ਨੇ ਕਿ ਜੋ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਦੀ ਉਹ ਗੱਲ ਕਰ ਰਹੇ ਨੇ, ਜਾਂ ਬਾਕੀ ਗੈਂਗਸਟਰਸ ਨੇ ਜਿਹੜੇ ਉਹਨਾਂ ਦੀ ਗ੍ਰਿਫਤ ਵਿੱਚ ਨੇ ਪੁਲਿਸ ਦੇ, ਕਹਿੰਦੇ ਉਹਨਾਂ ਨੂੰ VIP ਤੁਸੀਂ ਟ੍ਰੀਟਮੈਂਟ ਦਿੰਦੇ ਹੋ ਜਿਸ ਤਰ੍ਹਾਂ ਕੋਈ ਹੀਰੋਜ਼ ਹੁੰਦੇ ਨੇ। ਮੈਂ ਤਾਂ ਆਪ ਬੜਾ ਪਰੇਸ਼ਾਨ ਹਾਂ ਇਸ ਚੀਜ਼ ਤੋਂ ਵੀ। ਦੇਖੋ ਲਾਰੈਂਸ ਦਾ ਤੁਸੀਂ ਰਿਮਾਂਡ ਲੈ ਰਹੇ ਆ, ਲਾਰੈਂਸ ਨੂੰ ਬੜੀ ਚਲੋ ਅਹਤਿਆਤ ਨਾਲ ਤੁਸੀਂ ਵਰਤ ਰਹੇ ਆ। ਇੰਨੇ ਦਿਨਾਂ ਦੇ ਵਿੱਚ ਉਹ ਕੁਝ ਬੋਲਿਆ ਹੀ ਨਹੀਂ ਹੈਗਾ।
ਕੀ ਨਿਕਲ ਕੇ ਬਾਹਰ ਆ ਰਿਹਾ, ਤੁਸੀਂ ਕੁਝ ਉਹ ਵੀ ਨਹੀਂ ਦੱਸ ਰਹੇ ਨਾ। ਕੋਈ ਮੀਡੀਆ ਦੇ ਵਿੱਚ ਖਬਰ ਨਹੀਂ ਹੈਗੀ ਕਿ ਲਾਰੈਂਸ ਬਿਸ਼ਨੋਈ ਨੇ ਪਹਿਲੇ ਆਈਆਂ ਸੀ ਵੀ ਲਾਰੈਂਸ ਬਿਸ਼ਨੋਈ ਕਹਿੰਦਾ ਜੀ ਮੈਂ ਕੀਤਾ ਤਾਂ ਫਿਰ ਬਸ ਮੰਨ ਗਿਆ ਉਹ ਕਿੱਦਾਂ ਕੀਤਾ। ਗੱਲ ਇਹ ਆ ਕਿ ਜਦੋਂ ਤੁਸੀਂ ਉਹਨੂੰ ਮੂਵ ਕਰਦੇ ਆ, ਆਏ ਦਿਨ ਉਹਦੀਆਂ ਫੋਟੋ ਵਾਇਰਲ ਹੁੰਦੀਆਂ, ਆਏ ਦਿਨ ਉਹਦੇ ਨਵੀਂ ਟੀ-ਸ਼ਰਟ, ਉਹ ਵੀ ਬ੍ਰਾਂਡਡ ਟੀ-ਸ਼ਰਟ ਪਾਈ ਹੁੰਦੀ ਹੈ। ਇਹ ਸੇਮ ਗੱਲ ਸਿੱਧੂ ਦੇ ਉਹਨਾਂ ਦੇ ਬਲਕੌਰ ਸਿੰਘ ਹੁਣਾਂ ਨੇ ਕਹੀ, ਉਹਨਾਂ ਦੇ ਫਾਦਰ ਸਾਹਿਬ ਨੇ, ਕਹਿੰਦੇ ਆਏ ਦਿਨ ਉਹਦੇ ਨਵੀਆਂ ਟੀ-ਸ਼ਰਟਾਂ, ਬ੍ਰਾਂਡਡ ਟੀ-ਸ਼ਰਟਾਂ, ਪੈਪਰਾਜ਼ੀ ਉਹਨੂੰ ਕਲਿੱਕ ਕਰਦੇ ਫਿਰਦੇ ਆ। ਲੋਕਾਂ ਨੂੰ, ਨਿਆਣਿਆਂ ਨੂੰ ਤਾਂ ਲੱਗਦਾ ਇਹ ਪਤਾ ਨਹੀਂ ਕਿੱਡਾ ਕੁ ਹੀਰੋ, ਇਹਨੇ ਕੀ ਕੰਮ ਕਰਤਾ, ਅਸੀਂ ਵੀ ਇਦਾਂ ਦਾ ਹੀ ਕਰਨਾ। ਇਹ ਗੈਂਗਸਟਰ ਕਲਚਰ ਤਾਂ ਪੰਜਾਬ ਦੇ ਉੱਤੇ ਅੱਗੇ ਭਾਰੀ ਹੈ ਸੰਜੀਵ ਜੀ। ਜੇ ਹੁਣ ਅਸੀਂ ਇਹਨਾਂ ਗੈਂਗਸਟਰਸ ਨੂੰ ਫਿਰ ਫੈਂਟੇਸਾਈਜ਼ ਕਰਾਂਗੇ, ਇਹਨਾਂ ਨੂੰ ਗਲੈਮਰਾਈਜ਼ ਕਰਾਂਗੇ ਇਹਨਾਂ ਦੇ ਨਾਲ, ਕਿਉਂਕਿ ਆਪਾਂ ਦੇਖਿਆ ਜੀ ਉਹਦਾ ਜੀ ਉਹਦੇ ਕਿਤੇ ਟ੍ਰੈਫਿਕ ਕਲੀਅਰੈਂਸ ਦੇ ਲਈ ਉਹਦਾ 2 ਘੰਟੇ ਕਾਫਲਾ ਖੜਾ ਕਰ ਦਿੰਦੇ ਆ ਉਹਨੂੰ ਇੰਨਾ VIP ਟ੍ਰੀਟਮੈਂਟ ਮਿਲਦਾ, ਉਹਦੀਆਂ ਪੌਸ਼ ਗੱਡੀਆਂ ਦੇ ਵਿੱਚ ਉਹ ਜਾਣ ਡਿਆ ਆਉਣ ਡਿਆ, ਉਹਦੇ ਲਈ ਸਪੈਸ਼ਲ ਗੱਡੀ ਚੱਲ ਰਹੀ ਆ। ਜਿੰਨੀਆਂ ਡਿਵੈਲਪਮੈਂਟਸ ਹੋਈਆਂ, ਦਿੱਲੀ ਪੁਲਿਸ ਡਿਵੈਲਪਮੈਂਟਸ ਕਰ ਰਹੀ ਆ, ਤੁਹਾਡੇ ਕੋਲ ਇੱਕ ਅੱਧੀ ਡਿਵੈਲਪਮੈਂਟਸ ਵੀ ਨਹੀਂ ਹੋਈ ਹੈਗੀ ਹਲੇ ਤੱਕ। ਜੇ ਤੁਸੀਂ ਨਵੀਂ ਡਿਵੈਲਪਮੈਂਟਸ ਕਰ ਰਹੇ ਹੋ, ਤੁਹਾਡੇ ਇੰਨੇ ਦਿਨਾਂ ਦੇ ਰਿਮਾਂਡ ਲੈਣ ਦਾ ਕੀ ਫਾਇਦਾ, ਕਿਉਂਕਿ ਰਿਜ਼ਲਟ ਜਿਹੜਾ ਹੈ ਉਹ ਪ੍ਰਤੱਖ ਨਹੀਂ ਹੋ ਰਿਹਾ। ਔਰ ਫਰਸਟ੍ਰੇਸ਼ਨ, ਆਊਟ ਆਫ ਫਰਸਟ੍ਰੇਸ਼ਨ ਤੇ ਚੀਜ਼ਾਂ ਨਿਕਲਦੀਆਂ ਨੇ। ਔਰ ਮੈਨੂੰ ਲੱਗਦਾ ਕਿ ਸਹੀ ਵੀ ਆ ਬਲਕੌਰ ਸਿੰਘ ਹੋਣਾ ਨੇ ਜੋ ਕਿਹਾ ਆ ਵੀ ਤੁਸੀਂ ਕੀ ਨਿਆਣਿਆਂ ਨੂੰ ਸਿਖਾਉਣ ਡੇ ਆ, ਕੀ ਕਰਨ ਡੇ ਕਿਉਂ, ਰਿਜ਼ਲਟ ਚਾਹੀਦਾ। ਦੇਖੋ ਨਾ ਤੇ ਸਾਨੂੰ ਹਲੇ ਤੱਕ ਰਿਜ਼ਲਟ ਮਿਲਿਆ, ਜਿਹੜਾ ਆਪਾਂ ਕਹੀਏ ਕਿ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ ਉਹਦਾ ਰਿਜ਼ਲਟ ਨਹੀਂ ਮਿਲਿਆ, ਨਾ ਸਾਨੂੰ ਇਹਨਾਂ ਦੇ ਇੰਟੈਲੀਜੈਂਸ ਜਿਹੜੇ ਦਫ਼ਤਰ ਤੇ ਹਮਲਾ ਹੋਇਆ ਨਾ ਸਾਨੂੰ ਉਹਦਾ ਰਿਜ਼ਲਟ ਮਿਲਿਆ, ਸੰਦੀਪ ਨੰਗਲ ਅੰਬਈਆਂ ਨੂੰ ਕਿਹਨੇ ਮਾਰਿਆ ਨਾ ਸਾਨੂੰ ਉਹਦਾ ਰਿਜ਼ਲਟ ਮਿਲਿਆ, ਨਾ ਸਾਨੂੰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਕਤਲ ਦਾ ਰਿਜ਼ਲਟ ਮਿਲਿਆ, ਨਾ ਸਾਨੂੰ ਇੱਥੇ ਡਰੱਗ ਪੈਡਲਰਾਂ ਦੇ ਰਿਜ਼ਲਟ ਮਿਲੇ ਨੇ, ਨਾ ਸਾਨੂੰ ਇਹ ਪਤਾ ਲੱਗਦਾ ਕਿ ਤੁਹਾਡੀ ਇਕਨੋਮੀ ਕਿੱਥੇ ਜਾਣ ਡਈ ਹੈ, ਨਾ ਸਾਨੂੰ ਪਤਾ ਲੱਗਦਾ ਕਿ ਰੋਜ਼ਗਾਰ ਕਿੱਥੇ ਆ, ਨਾ ਪਤਾ ਲੱਗਦਾ ਕਿ ਤੁਹਾਡੇ 36000 ਮੁਲਾਜ਼ਮ ਜਿਹੜੇ ਤੁਸੀਂ ਪੱਕੇ ਕਰਨੇ ਸੀ ਉਹ ਕਿੱਥੇ ਆ। ਮੁੱਦੇ ਬੜੇ ਨੇ, ਮੁੱਦੇ ਨੇ ਔਰ ਰਿਜ਼ਲਟ ਕਿਸੇ ਚੀਜ਼ ਦਾ ਨਹੀਂ, ਉਹ ਵੀ ਇੱਕ ਮੁੱਦਾ ਬਣ ਜਾਂਦਾ ਕਿ ਰਿਜ਼ਲਟ ਕਿਉਂ ਨਹੀਂ ਹੈ। ਸੋ ਗੱਲਾਂ ਤਾਂ ਉਹੀ ਨੇ ਜਿਹੜੀਆਂ ਆਪਾਂ ਰੋਜ਼ ਕਰਦੇ ਆ ਤੇ ਉਹਦੇ ਹੱਲ ਵੀ ਉਹੀ ਨੇ ਜਿਹੜੇ ਆਪਾਂ ਰੋਜ਼ ਦੱਸਦੇ ਆ ਜਾਂ ਬਾਕੀ ਲੋਕ ਸੋਚਦੇ ਨੇ। ਮਤਲਬ ਐਥਿਕਸ ਕਿੱਥੇ ਨੇ, ਇਨਸਾਨੀਅਤ ਕਿੱਥੇ ਹੈ, ਹਿਊਮਨ ਰਾਈਟਸ ਕਿੱਥੇ ਨੇ, ਠੀਕ ਹੈ ਨਾ, ਕੁਆਲਿਟੀ ਆਫ ਲਾਈਫ ਕਿੱਥੇ ਹੈ, ਬੇਸਿਕ ਜ਼ਰੂਰਤਾਂ ਕਿੱਥੇ ਨੇ, ਕਿਸ ਚੀਜ਼ ਨੂੰ ਅਸੀਂ ਕਹਾਂਗੇ ਪ੍ਰੋਗਰੈਸ ਵੱਲ ਜਾ ਰਹੇ ਹਾਂ। ਸਾਡੇ ਕੋਲ ਇੱਕ ਮਸਲਾ ਨਹੀਂ ਹੱਲ ਹੁੰਦਾ, ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਕਾਬਲੀਅਤ ਉੱਤੇ ਇਹ ਸਵਾਲੀਆ ਨਿਸ਼ਾਨ ਹੈ। ਇੰਨੀਆਂ ਲੱਖਾਂ ਰੁਪਏ ਤਨਖਾਹਾਂ ਲੈ ਕੇ ਵੀ ਦੇਖੋ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ, ਸਿਸਟਮ ਦੀ ਗੱਲ ਹੀ ਹੈ, ਸਿਸਟਮ ਬਹੁਤ ਖਰਾਬ ਹੋ ਗਿਆ। ਮਤਲਬ ਸਿਸਟਮ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਸਿਸਟਮ ਆਪਣੇ ਆਪ ਤੇ ਕੁਝ ਵੀ ਨਹੀਂ ਹੈਗਾ, ਜਿਹੜੇ ਲੋਕ ਸਿਸਟਮ ਦੇ ਵਿੱਚ ਅਹੁਦਿਆਂ ਤੇ ਬੈਠੇ ਨੇ ਉਹ ਖਰਾਬ ਹੋ ਗਏ ਨੇ, ਜਾਂ ਫਿਰ ਉਹਨਾਂ ਦੀ ਵਸ ਨਹੀਂ ਚੱਲਦੀ, ਉਹਨਾਂ ਦੇ ਉੱਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ, ਜਾਂ ਤਾਂ ਇਹ ਕਾਰਨ ਹੈਗਾ। ਤੁਸੀਂ ਸਿਸਟਮ ਦੀ ਗੱਲ ਸੁਣੋ, ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਆ ਨਾ, 92 ਵਿਧਾਇਕ ਜਿੱਤਣੇ ਹੋਣੇ ਕੋਈ ਸੌਖੀ ਗੱਲ ਨਹੀਂ ਹੈਗੀ, ਕੋਈ ਆਮ ਗੱਲ ਨਹੀਂ ਹੈਗੀ। ਇੱਕ ਤਰੀਕੇ ਨਾਲ ਕਹਿ ਲਈਏ ਕਿ ਰਿਕਾਰਡ ਤੋੜ ਜਿਹੜਾ ਆ ਜਿੱਤ ਦਵਾਈ ਆ ਅਸੀਂ ਉਹਨਾਂ ਨੂੰ। ਪਰ ਜਦੋਂ ਇਹੀ ਰਿਕਾਰਡ ਤੋੜ ਜਿੱਤ ਵਾਲੇ ਸਾਨੂੰ ਲੱਗਦਾ ਸੀ ਆਮ ਆਦਮੀ ਪਾਰਟੀ ਵਾਲੇ ਆ, ਕਿਉਂਕਿ ਢੋਂਗ ਸੋਹਣਾ ਕਰ ਲੈਂਦੇ ਹਰ ਕੋਈ ਸਿਆਸੀ ਪਾਰਟੀ ਵਾਲਾ, ਕਹਿੰਦਾ ਜੀ ਅਸੀਂ ਆਹ ਨਹੀਂ ਲੈਣਾ, ਅਸੀਂ VIP ਚੀਜ਼ਾਂ ਨਹੀਂ ਲੈਣੀਆਂ, ਸਭ ਨੇ ਸਭ ਕੁਝ ਲੈ ਲਿਆ, ਸਭ ਕੁਝ ਠੀਕ ਆ। ਹੁਣ ਸਿਸਟਮ ਦੀ ਸਿਰਫ ਗੱਲ ਹੈ, ਦਸੂਆਂ ਤੋਂ ਇਹ MLA ਆ ਮਨਪ੍ਰੀਤ, ਅੱਜ ਉਹ ਜਾਣ ਡਿਆ ਸੀਗਾ ਕਿਤੇ ਹੁਸ਼ਿਆਰਪੁਰ ਰੋਡ ਦੇ ਉੱਤੇ ਇੱਕ, ਉਹ ਮੈਨੂੰ ਭੁੱਲ ਗਿਆ ਟੋਲ ਪਲਾਜ਼ਾ ਦਾ ਨਾਮ, ਟੋਲ ਪਲਾਜ਼ਾ ਚਲਾਂਗ ਟੋਲ ਪਲਾਜ਼ਾ ਆ। ਉਸੇ ਟੋਲ ਪਲਾਜ਼ੇ ਦੇ ਉੱਤੇ ਕਿਤੇ VIP ਗੈਲਰੀ, ਜਿਹੜਾ VIP ਬੰਦ ਸੀਗਾ ਰੋਡ, ਜਿਹੜਾ ਜਿੱਥੋਂ ਦੀ MP MLAs ਲੰਘਦੇ ਨੇ, ਹਾਂਜੀ, ਉਹਨੂੰ ਜਿਹੜੇ ਕਿਤੇ ਹੋ ਗਈ ਥੋੜੀ ਜਿਹੀ ਦੇਰ, ਜਿਹੜਾ ਦੂਸਰਾ ਨਾਰਮਲ ਖੋਲ੍ਹਣ ਵਾਲਾ, ਅਗਲੇ ਨੇ ਉਹ ਬੈਰੀਕੇਡ ਹੀ ਤੜਾਤਾ। ਐਡੇ ਤੁਸੀਂ ਜੋਸ਼ 'ਚ ਆਏ ਹੋਏ ਆ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ, ਕੀ ਤੁਸੀਂ ਰੱਬ ਹੋ? ਕੀ ਕਰਨਾ ਕੀ ਜਾ ਕੇ ਤੁਸੀਂ? ਆਮ ਬੰਦਾ ਰੋਜ਼ ਉਸੇ ਸਿਸਟਮ ਤੋਂ ਲੰਘਦਾ, ਜੇ ਤੁਸੀਂ ਇੱਕ ਦਿਨ ਉਸ ਸਿਸਟਮ 'ਚ ਲੰਘ ਜਾਓ ਤੁਹਾਨੂੰ ਕੀ ਔਖਾ? ਮਤਲਬ ਮੈਨੂੰ ਇਹ ਸਮਝ ਨਹੀਂ ਆਉਂਦਾ। ਜਦੋਂ ਅਸੀਂ ਅਮਰੀਕਾ ਕੈਨੇਡਾ ਦੀ ਗੱਲ ਕਰਦੇ ਹਾਂ ਤੇ ਤੁਸੀਂ 20 ਵਾਰੀ ਵੇਖਿਆ ਹੋਣਾ ਵੀ ਕੋਈ ਵਿਸਾਖੀ ਵਾਲਾ ਮੇਲਾ ਆ ਜਾਂ ਕੋਈ ਜਸਟਿਨ ਟਰੂਡੋ ਆ, ਉਹ ਵੀ ਵਾਕ ਲਈ ਜਾਣ ਡਿਆ, ਉਹਦੇ ਨਾਲ 2 ਹੀ ਹੈਗੇ ਆ, ਬਾਕੀ ਇੰਟੈਲੀਜੈਂਸ ਦੇ ਕਿਤੇ ਦੂਰਦਾਰ ਲੱਗੇ ਹੋਏ ਆ। ਇੱਥੇ ਤੇ ਮੰਤਰੀ ਸਾਹਿਬ ਨੇ ਆਉਣਾ ਹੋਵੇ ਤੇ ਲਾਗੇ ਪਿੰਡਾਂ ਦੇ ਲੋਕੀ ਉਠਾ ਦਿੰਦੇ ਆ ਵੀ ਤੁਸੀਂ ਰਾਹ ਤੇ ਵੀ ਨਹੀਂ ਖੜੇ ਹੋਣਾ, ਜਦ ਕਿ ਉਹ ਰਾਹ ਸਾਡਾ ਆ, ਕਿਰਦਾਰ ਹੈ ਸਾਡਾ, ਹੈ ਨਾ। ਮਤਲਬ ਇਹ ਚੀਜ਼ਾਂ, ਉਹ ਨਾਲ ਹੀ ਤੁਹਾਡੇ ਕਿਤੇ ਸਬਜ਼ੀ, ਤੁਹਾਡਾ ਜਿਹੜਾ ਅਟਾਰਨੀ ਆ ਜਾਂ ਤੁਹਾਡੇ ਜਿਹੜੇ ਲੋਕੀ ਹੋਰ ਨੇ ਜਿਹਨੂੰ ਅਸੀਂ ਕਹਿੰਦੇ ਆ ਕਿ ਮਿਨਿਸਟਰ ਨੇ ਜਾਂ ਅਟਾਰਨੀ, ਤੁਹਾਡੇ ਕੋਲ ਜਿਹੜੇ ਲੀਗਲ ਅਟਾਰਨੀਜ਼ ਨੇ, ਜਿਹੜੇ ਗਵਰਨਮੈਂਟ ਓਰੀਐਂਟਡ ਹੁੰਦੇ ਨੇ, ਜਿਹੜੇ ਗਵਰਨਮੈਂਟ ਅਟਾਰਨੀਜ਼ ਨੇ, ਇੱਥੇ ਤਾਂ ਤੁਸੀਂ ਸਰਕਾਰੀ ਵਕੀਲ ਦੀ ਦੇਖ ਲਓ ਇੰਨੀ ਟੌਰ ਆ। ਗੱਲ ਇਹ ਹੈ ਨਾ, ਲੱਗਦਾ ਇਦਾਂ ਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਕਿਤੇ ਜਿਹੜੇ ਐਕਸਪਰਟਸ ਕਹਿੰਦੇ ਨੇ ਨਾ, ਇਹ ਈਵੈਂਟ ਮੈਨੇਜਮੈਂਟ ਕੰਪਨੀ ਹੈ, ਸ਼ਾਇਦ ਗਲਤ ਨਹੀਂ ਕਹਿੰਦੇ, ਕਿਉਂਕਿ ਇਹਨਾਂ ਨੇ ਕੋਈ ਨਾ ਕੋਈ ਈਵੈਂਟ ਦੇਣਾ ਹੁੰਦਾ ਤਾਂ ਕਿ ਨਿਊਜ਼ 'ਚ ਬਣੇ ਰਹਿਣ। ਮੈਂ ਦੇਖੋ, ਆਪਾਂ ਇਹ ਨਹੀਂ ਕਹਿੰਦੇ ਕਿ ਇਹ ਇਕੱਲੀ ਆ ਸੰਜੀਵ ਜੀ। ਹੁਣ ਤਾਂ ਤੁਸੀਂ ਦੇਖੋ ਦੁਨੀਆ ਦੇ ਉੱਤੇ, ਚਲੋ ਇਵੈਂਟ ਹੀ ਕ੍ਰੀਏਟ ਕਰ ਦਿੱਤਾ, ਇਹ ਬਾਕੀ PRO ਹੈਂਡਲ ਕਰਦੇ ਆ, ਇਹ ਸੋਸ਼ਲ ਮੀਡੀਆ ਹੈਂਡਲਰ ਇਹਨਾਂ ਦੇ ਵੱਖਰੇ ਨੇ, ਪਰ ਗੱਲ ਇਹ ਹੈ ਨਾ ਕਿ ਹਰ ਚੀਜ਼ ਨੂੰ ਇਵੈਂਟ ਬਣਾ ਕੇ ਪੇਸ਼ ਕਰਦੇ ਚੰਗੀ ਚੀਜ਼ ਨੂੰ। ਪਰ ਆਪਾਂ ਇਹ ਕਹਿੰਦੇ ਸੀ ਵੀ ਕਿਰਦਾਰ ਦੀ ਗੱਲ ਕਰਦੇ ਸੀ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਤਾਂ ਤੁਹਾਡੇ ਵਰਗੇ ਆ, ਜਿਵੇਂ ਤੁਹਾਨੂੰ ਅਮਰੀਕਾ 'ਚ ਕਹਿੰਦੇ ਜੀ ਫਲਾਨਾ
ਡਿਫੈਂਸ ਮਿਨਿਸਟਰ ਤੁਹਾਨੂੰ ਤੁਸੀਂ ਸਬਜ਼ੀ ਮੰਡੀ ਜਾਓ ਤਾਂ ਲਾ ਕੇ ਸਬਜ਼ੀਆਂ ਖਰੀਦਣਾ ਮਿਲੂਗਾ ਨਾ, ਤੁਸੀਂ ਕਹਿੰਦੇ ਹੈਲੋ ਮਿਨਿਸਟਰ ਹਾਏ ਓਕੇ ਬਾਏ, ਉਦਾਂ ਦੀ ਕਹਿੰਦੇ ਜੀ ਅਸੀਂ ਫੀਲਿੰਗ ਦੇਵਾਂਗੇ। ਆਹ ਫੀਲਿੰਗ ਤੁਸੀਂ ਦੇਣੀ ਹੈ। ਅੱਜ ਸੂਏ ਚਲਾਂਗ ਦੇ ਉੱਤੇ ਤੁਸੀਂ ਦੇਖ ਲਿਆ ਅੱਜ ਕਿੰਨੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਡਈਆਂ, ਭਾਈ ਕਿਹੜੀ ਅੱਗ ਬੁਝਾਉਣੀ ਜਾ ਕੇ ਤੂੰ? ਨਹੀਂ ਸ਼ਾਇਦ ਸਬਜ਼ੀ ਲੈਣ ਚੱਲੇ ਹੋਣ। ਹਾਂ ਸਬਜ਼ੀ ਲੈਣ ਚੱਲੇ ਹੁਣ ਨਾ, ਕਿਹੜੀ ਅੱਗ ਜਾ ਕੇ ਬੁਝਾਉਣੀ ਆ ਤੁਸੀਂ? ਜਿਹੜਾ ਤੁਸੀਂ ਕਹਿੰਦੇ ਆ ਜੀ ਇੰਨਾ ਖੜਕਾ ਦੜਕਾ ਕਰਦੇ, ਆਮ ਬੰਦਾ ਜੇ ਉਹਨੇ 6 ਵਾਰੀ ਲੰਘਣਾ ਤਾਂ 6 ਵਾਰੀ ਉੱਥੋਂ ਦੀ ਲੰਘ ਕੇ ਜਾਂਦਾ ਉਹ। ਬਿਲਕੁਲ ਸਹੀ। ਤੁਸੀਂ ਰੱਬ ਹੋ ਗਏ ਆ, ਮਤਲਬ ਸਿਸਟਮ ਹੀ ਬਹੁਤ ਦਿਸ ਇਜ਼ ਅ ਪਾਵਰ ਜਦੋਂ ਸਿਰ ਤੇ ਚੜ ਜਾਂਦੀ ਹੈ ਨਾ ਉਦੋਂ ਫਿਰ ਇਸ ਤਰ੍ਹਾਂ ਦੇ ਕੰਮ ਬੰਦਾ ਕਰਦਾ। ਸੁਣਿਆ ਹੁੰਦਾ ਨਾ ਵੀ ਕਹਿੰਦੇ ਜੁੱਤੀ ਜਿਹੜੀ ਸਰਕਾਰੀ ਆ ਉਹ ਨਾ ਉੱਥੇ ਅੱਜ ਕੱਲ ਇੱਥੇ ਤੰਗ ਕਰਨਾ ਸ਼ੁਰੂ ਕਰ ਦਿੰਦੀ, ਤੁਹਾਨੂੰ ਵੱਢਦੀ ਆ ਜਦੋਂ ਤੁਸੀਂ ਇਹਦੇ ਹਰਕਤਾਂ ਨਹੀਂ ਕਰਦੇ ਨਾ, ਤੈਨੂੰ ਸਿੱਟ ਨਹੀਂ ਆਉਂਦਾ। ਇੱਕ ਨਾ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਜੋ ਪਾਵਰ ਹੈ ਨਾ ਉਹਨੂੰ ਹਾਸਿਲ ਕਰ ਲੈਣਾ ਆਸਾਨ ਹੈ, ਪਰ ਪਾਵਰ ਨੂੰ ਸੰਭਾਲਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਾਵਰ ਸਿਰ ਤੇ ਚੜ ਜਾਂਦੀ ਹੈ, ਔਰ ਜਦੋਂ ਪਾਵਰ ਸਿਰ ਤੇ ਚੜ੍ਹਦੀ ਹੈ ਸਿਰ ਘੁੰਮਦਾ ਹੈ। ਜਦੋਂ ਸਿਰ ਘੁੰਮਦਾ ਫਿਰ ਇਦਾਂ ਦੇ ਕੰਮ ਹੀ ਸਾਹਮਣੇ ਆਉਂਦੇ ਨੇ ਕਿ ਕਿਤੇ ਆਹ ਤੋੜ ਭੰਨ ਹੋ ਗਈ, ਕਿਤੇ ਆਹ ਤੋੜ ਭੰਨ ਹੋ ਗਈ, ਤੇ ਹੁਣ ਗੱਲ ਹੋਏਗੀ ਤੇ ਮਾਫੀ ਮੰਗ ਲਈ ਜਾਏਗੀ। ਜਦੋਂ ਪ੍ਰੈਸ਼ਰ ਪਏਗਾ ਤੇ ਮਾਫੀ ਮੰਗ ਲਊਗੀ। ਜਾਂ ਤੁਸੀਂ ਕਹਿੰਦੇ ਹੋ ਨਾ ਵੀ ਇਹਨਾਂ ਕੋਲੇ ਸ਼ਕਤੀਆਂ ਵੇ, ਸ਼ਬਦ ਵਾਪਸ ਲੈ ਲੈਂਦੇ ਆ। ਇੰਨੀ ਸ਼ਕਤੀ ਆ ਜਿੱਦਾਂ ਪੁਰਾਣੇ ਸਮੇਂ 'ਚ ਨਹੀਂ ਸੀਗਾ। ਉਹ ਕਹਿੰਦੇ ਨੇ ਕਿ ਆਪਾਂ ਸੁਣਿਆ ਕਿ ਉਹ ਜਿਹੜੇ ਤੀਰ ਕਮਾਨ ਚਲਾਉਂਦੇ ਸੀ, ਜਦੋਂ ਜਿਹੜਾ ਕਮਾਨ 'ਚੋਂ ਨਿਕਲ ਜਾਂਦਾ ਸੀ ਤੀਰ, ਇੰਨੀ ਸ਼ਕਤੀ ਸੀ ਉਹ ਵਾਪਸ ਲੈ ਆਉਂਦੇ ਸੀ। ਹੁਣ ਇਹਨਾਂ ਕੋਲ ਵੀ ਇੰਨੀ ਪਾਵਰ ਹੈਗੀ ਹੈ ਕਿ ਜਿਹੜਾ ਬੈਰੀਕੇਡ ਤੋੜ ਦਿੱਤਾ ਉਹ ਜੋੜ ਦਿਓ, ਵਾਪਸ ਠੀਕ ਕਰ ਦਿਓ ਆਪਣੀ ਤਾਕਤ ਦਾ ਇਸਤੇਮਾਲ ਕਰਕੇ, ਉਹ ਫਿਰ ਟੈਕਸ ਪੇਅਰਸ ਦੀ ਮਨੀ ਦੇ ਉੱਤੋਂ ਹੀ ਬਣੂਗਾ। ਜਾਂ ਕਿ ਟੋਲ ਪਲਾਜ਼ਾ ਵਾਲੇ ਦੇਣ ਨਾ ਪੈਸਾ ਜਿਹੜੇ ਸਾਡੇ ਕੋਲੋਂ ਟੈਕਸ ਲੈਂਦੇ ਨੇ, ਜਾਂ ਤਾਂ ਉਹਨਾਂ ਕੋਲੋਂ ਲੈ ਕੇ ਦਿਓ। ਮਤਲਬ ਇਹ ਆ ਉਹੀ ਸੇਮ ਚੀਜ਼ ਆ ਜਿਵੇਂ ਉਹ ਵੀਸੀ ਸਾਹਿਬ ਨੂੰ ਗੰਦੇ ਗੱਡੇ ਤੇ ਲਟਾਇਆ, ਉਹ ਵੀ ਇੱਕ ਇਵੈਂਟ ਬਣਾ ਕੇ ਰੱਖ ਦਿੱਤਾ। ਹੁਣ ਇਹ ਬੈਰੀਕੇਡ ਤੋੜਿਆ, ਇਹ ਵੀ ਇੱਕ ਇਵੈਂਟ ਬਣਾ ਕੇ ਰੱਖ ਦਿੱਤਾ ਹੈ। ਹਜੇ ਸ਼ਾਇਦ ਹੋਰ ਲੰਬੀ ਲਿਸਟ ਹੋਏਗੀ, ਅੱਗੇ ਕੋਈ ਹੋਰ ਕਾਰਨਾਮੇ ਕਰਨੇ ਹੋਣਗੇ, ਉਹ ਵੀ ਇਵੈਂਟ ਬਣਾਉਣੇ ਹੋਣਗੇ। ਮਤਲਬ ਕੇਜਰੀਵਾਲ ਸਾਹਿਬ ਨੂੰ ਇਹ ਚਾਹੀਦਾ, ਮਤਲਬ ਅਸੀਂ ਵਿਦ ਡਿਊ ਰਿਸਪੈਕਟ ਕਰ ਰਹੇ ਹਾਂ ਗੱਲ ਇਹ ਸਾਰੀ, ਕਿ ਉਹਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਨੂੰ ਪਹਿਲਾਂ ਬੇਸਿਕ ਸਮਝ ਦਿਓ ਕਿ ਤੁਸੀਂ ਇਹ ਕਰਦੇ ਕੀ ਪਏ ਹੋ। ਡਿਪਾਰਟਮੈਂਟਸ ਜਿਹੜੇ ਚਲਾਉਣੇ ਨੇ ਉਹ ਤਾਂ ਉਸ ਤੋਂ ਅਗਲਾ ਸਟੈਪ ਆ, ਪਹਿਲਾਂ ਬੇਸਿਕ ਸਮਝ ਤਾਂ ਦੇ ਦਿਓ ਕਿ ਤੁਹਾਡਾ ਬਿਹੇਵੀਅਰ ਕਿੱਦਾਂ ਦਾ ਹੋਣਾ ਚਾਹੀਦਾ। ਪਹਿਲਾਂ ਟ੍ਰੇਨਿੰਗ ਕਰਵਾਉਣੀ ਚਾਹੀਦੀ ਹੈ ਇਹਨਾਂ ਸਾਰੇ ਵਿਧਾਇਕਾਂ ਦੀ, ਜਿਵੇਂ ਆਪਾਂ ਕਹਿੰਦੇ ਨਾ ਪੁਲਿਸ ਮੁਲਾਜ਼ਮਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਕਿੱਦਾਂ ਬਿਹੇਵ ਕਰਨਾ ਪਬਲਿਕ ਦੇ ਨਾਲ। ਉੱਦਾਂ ਹੀ ਕੇਜਰੀਵਾਲ ਸਾਹਿਬ ਨੂੰ ਇਹਨਾਂ ਸਾਰੇ ਵਿਧਾਇਕਾਂ ਦੇ ਟ੍ਰੇਨਿੰਗ ਕੈਂਪ ਲਗਵਾਉਣੇ ਚਾਹੀਦੇ ਨੇ। ਇਹਨਾਂ ਨੂੰ ਪਹਿਲਾਂ ਬਿਹੇਵੀਅਰ ਸਿਖਾਓ, ਪਹਿਲਾਂ ਬਿਹੇਵ ਕਰਨਾ ਸਿਖਾਓ। ਗਵਰਨਮੈਂਟ ਬਾਅਦ ਚਲਾ ਲਾਂਗੇ, ਪਹਿਲਾਂ ਇਹ ਤਾਂ ਸਿਖਾਓ ਕਿ ਤੁਸੀਂ ਪਬਲਿਕ ਨਾਲ ਗੱਲ ਕਿਵੇਂ ਕਰਨੀ, ਪਬਲਿਕ ਡੀਲਿੰਗ ਕਰਨੀ ਕਿਵੇਂ ਆ। ਇਹ ਬਹੁਤ ਤਗੜੀ ਕਮੀ ਹੈ ਇਹਨਾਂ ਦੇ ਵਿੱਚ। ਜਿੱਦਾਂ ਵੀਸੀ ਸਾਹਿਬ ਦੀ ਇਹਨਾਂ ਨੇ ਇਨਸਲਟ ਕੀਤੀ ਹੈ, ਉਵੇਂ ਇਹ ਨਵਾਂ ਕਾਰਨਾਮਾ ਕਰਕੇ ਦਿਖਾ ਦਿੱਤਾ। ਵਾਕਈ ਤੁਹਾਡੀ ਗੱਲ ਤੇ ਬਿਲਕੁਲ ਦਰੁਸਤ ਹੈ ਸੰਜੀਵ ਜੀ, ਪਰ ਇਦਾਂ ਸਿਸਟਮ ਜਿਹੜਾ ਆ ਪਹਿਲਾਂ ਆਮ ਕਹਿਣਾ, ਫਿਰ ਆਮ ਤੋਂ ਵੀ ਖਾਸ ਹੋ ਜਾਣਾ, ਤੇ ਖਾਸ ਤੋਂ ਬਾਅਦ ਇਦਾਂ ਦੇ ਖਾਸ ਹੋਣਾ, ਇਹ ਵੀ ਚੰਗੀ ਗੱਲ ਨਹੀਂ ਹੈਗੀ। VVVVIP। ਹਾਂ VVVV। ਅੱਗੇ ਚੱਲਦੇ ਹਾਂ ਜੀ, ਦੇਖੋ ਅੱਗੇ ਚੱਲਦੇ ਹਾਂ ਜੀ। ਹਰਜੋਤ ਬੈਂਸ ਜੀ ਜਿਹੜੇ ਸਾਡੇ ਐਜੂਕੇਸ਼ਨਲ ਮਿਨਿਸਟਰ ਨੇ, ਐਜੂਕੇਸ਼ਨ ਮਿਨਿਸਟਰ ਗਏ ਨੇ ਤਹਿਕੀਕਾਤ ਤੇ, ਹੁਣ ਤਾਈਆਂ ਮਿਲੀਆਂ ਨੇ ਸਕੂਲਾਂ ਦੇ ਵਿੱਚ। ਠੀਕ ਹੈ, ਚੰਗੀ ਗੱਲ ਹੈ, ਤੁਹਾਨੂੰ ਜਾਣਾ ਵੀ ਚਾਹੀਦਾ। ਜਿਹਨੂੰ ਕਹਿੰਦੇ ਛਾਪਾ ਮਾਰਿਆ, ਛਾਪਾ ਮਾਰਨਾ ਵੀ ਚਾਹੀਦਾ। ਹੁਣ ਉਹਨਾਂ ਹੁਣ ਤਾਈਆਂ ਦੇ ਉੱਤੇ ਕੰਮ ਕੀ ਕਰਨਾ, ਇਸ ਦੇ ਉੱਤੇ ਜ਼ਰਾ ਜ਼ਿਆਦਾ ਡਿਬੇਟ ਹੋਣੀ ਚਾਹੀਦੀ ਹੈ, ਇਸ ਦੇ ਉੱਤੇ ਜ਼ਰਾ ਜ਼ਿਆਦਾ ਗੱਲ ਹੋਣੀ ਚਾਹੀਦੀ ਹੈ। ਨੁਕਸ ਕੱਢਣਾ ਠੀਕ ਹੈ, ਹੁਣ ਨੁਕਸ ਨੂੰ ਠੀਕ ਵੀ ਕਰਨਾ ਨਾ। ਅੱਛਾ, ਜਿਹੜੇ ਸਕੂਲ ਇਹ ਗਏ ਆ, ਮੈਂ ਤੁਹਾਨੂੰ ਦੱਸਦਾ ਵੀ ਇਹ ਦੇਸੂ ਮਾਜਰਾ ਆ, ਖਰੜ ਦੇ ਕੋਲ ਸਕੂਲ ਆ। ਖਰੜ ਬਿਲਕੁਲ ਚੰਡੀਗੜ੍ਹ ਦੇ ਨਾਲ ਹੀ ਹੈ, ਮੁਹਾਲੀ ਦੇ ਕੋਲ ਨਾਲ ਹੀ ਖਰੜ ਹੋ ਜਾਂਦਾ। ਬਿਲਕੁਲ ਖਰੜ ਉਹ ਵੀ ਹੈ ਜਿੱਥੇ ਸਾਡੇ ਮੰਤਰੀ ਸਾਹਿਬ, ਸਾਡੇ ਮੁੱਖ ਮੰਤਰੀ ਸਾਹਿਬ ਪਹਿਲਾਂ ਰਹਿੰਦੇ ਸੀਗੇ, ਚੰਨੀ ਸਾਹਿਬ। ਤੇ ਆਏ ਦਿਨ ਤੁਸੀਂ ਖਰੜ ਵਾਲੇ ਜਦੋਂ ਤੋਂ ਰਹਿੰਦੇ ਸੀ ਨਾ, ਤੇ ਉਹ ਆ ਖਰੜ ਵਾਲਾ ਜਿੱਥੇ ਉਹ ਰਹਿੰਦੇ ਸੀਗੇ, ਨਿਊ ਕਲੋਨੀ ਸੀ ਸ਼ਾਇਦ, ਉਹ ਉੱਥੇ ਆ ਕੇ ਰੋਜ਼ ਮਤਲਬ ਤੁਹਾਨੂੰ 2-3 ਘੰਟੇ ਲੱਗ ਹੀ ਜਾਂਦੇ ਸੀ, ਇੰਨਾ ਟ੍ਰੈਫਿਕ ਹੋ ਜਾਂਦਾ ਸੀਗਾ। ਕਿਉਂਕਿ ਕਦੇ ਕਿਸਾਨ ਆ ਜਾਂਦੇ ਸੀ, ਕਦੇ ETT ਦੇ ਅਧਿਆਪਕ ਆ ਜਾਂਦੇ ਸੀ, ਤੇ ਕਦੇ ਕਾਲਜ ਵਾਲੇ ਅਧਿਆਪਕ ਆ ਜਾਂਦੇ ਸੀਗੇ। ਕੋਈ ਨਾ ਕੋਈ ਆਇਆ ਹੀ ਰਹਿੰਦਾ ਸੀ, ਤੇ ਕੋਈ ਨਾ ਕੋਈ ਉੱਥੇ ਗੱਲ ਹੋਈ ਰਹਿੰਦੀ ਸੀਗੀ। ਅਕਸਰ ਅਸੀਂ ਜਦੋਂ ਗੱਲ ਕਰਦੇ ਬੇਸ ਦੀ, ਰਾਜਧਾਨੀਆਂ ਦੀ ਗੱਲ ਕਰਦੇ ਹਾਂ ਨਾ, ਰਾਜਧਾਨੀਆਂ ਅਸੀਂ ਵੈਲ ਐਸਟੈਬਲਿਸ਼ ਕਹਿੰਦੇ ਹਾਂ, ਉਹਦੇ ਲਾਗੇ ਲਾਗੇ ਏਰੀਆ ਵੀ ਅਸੀਂ ਕਹਿੰਦੇ ਹਾਂ ਕਿ ਵੈਲ ਐਸਟੈਬਲਿਸ਼ ਹੋ ਜਾਊਗਾ। ਹਰਜੋਤ ਬੈਂਸ ਜਿਹੜੇ ਸਕੂਲ ਗਏ ਦੇਸੂ ਮਾਜਰਾ ਦਾ, ਉਹ ਸਕੂਲ ਸਰਕਾਰੀ ਹੈ, ਤੇ ਜਿਹੜੇ ਕਹ ਲਈਏ ਕਿ ਛੋਟੇ ਲੈਵਲ ਦਾ ਸਕੂਲ ਹੈ, 5ਵੀਂ ਤੱਕ ਦਾ ਸਕੂਲ ਹੈ, ਪ੍ਰਾਇਮਰੀ ਸਕੂਲ ਹੈ। ਉਸ ਸਕੂਲ ਦੇ ਵਿੱਚ ਫਰਨੀਚਰ ਤੱਕ ਹੈ ਨਹੀਂ, ਛੱਤਾਂ ਵੀ ਚੋਂਦੀਆਂ ਨੇ, ਤੇ ਥੱਲੇ ਬਹਿ ਕੇ ਜਵਾਕ ਕਰਦੇ ਨੇ। ਫਿਰ ਉਹਨਾਂ ਨੇ ਸਟੇਟਮੈਂਟ ਦਿੱਤੀ ਜੀ, ਸਾਡੇ ਸਟੇਟਮੈਂਟ ਸੁਣਿਆ ਉਹਨਾਂ ਦੀ, ਕਹਿੰਦੇ ਸਾਡੇ ਅਧਿਆਪਕ ਬਹੁਤ ਮਿਹਨਤ ਕਰਦੇ, ਦੇਖੋ ਲੈਸ ਇਨਫਰਾਸਟ੍ਰਕਚਰ ਵੀ ਹੈਗਾ ਤਾਂ ਵੀ ਕੰਮ ਕਰਦੇ ਆ। ਚਲੋ ਉਹ ਤਾਂ ਕਰੀ ਜਾਣਗੇ ਭਰਾਵਾ ਕੰਮ, ਤੁਸੀਂ ਤਾਂ ਕਹਿੰਦੇ ਸੀ ਵੀ ਵਧੀਆ ਸਕੂਲ ਬਣਾ ਕੇ ਦੇਣੇ। ਹੁਣ ਤੁਹਾਡਾ ਅਗਲਾ ਸਟੈਪ ਕੀ ਆ? 6 ਮਹੀਨੇ ਹੋ ਗਏ ਆ, ਕਿੰਨੇ ਸਕੂਲਾਂ ਦੀ ਤੁਸੀਂ ਲਿਸਟ ਜਾਰੀ ਕਰ ਦਿੱਤੀ ਆ ਵੀ ਇਹਨਾਂ ਸਕੂਲਾਂ ਦੇ ਵਿੱਚ ਆਹ ਹੁਣਤਾਈਆਂ ਨੇ, ਤੇ ਇਹਨਾਂ ਸਕੂਲਾਂ ਦੇ ਵਿੱਚ ਅਸੀਂ ਆਹ ਇਨਫਰਾਸਟ੍ਰਕਚਰ ਦੇ ਦੇਣਾ। ਕੋਈ ਦੀ ਹਲੇ ਲਿਸਟ ਕਿਸੇ ਦੀ ਵੀ ਨਹੀਂ ਆਈ। ਠੀਕ ਹੈ, ਇੱਥੋਂ ਤੱਕ ਕਿ ETT ਜਿਹੜਿਆਂ ਨੂੰ ਪ੍ਰਮੋਟ ਕਰੀ ਜਾਣ ਡੇ ਆ, ਕਹਿੰਦੇ ETT ਵਾਲਿਆਂ ਨੂੰ ਅਸੀਂ ਉਹਨਾਂ ਨੂੰ ਹੈੱਡ ਮਾਸਟਰ ਬਣਾ ਦਿੰਦੇ ਸਕੂਲ ਦੇ, ਉਹ ਅਗਲੇ ਪ੍ਰਮੋਸ਼ਨ ਛੱਡ ਕੇ ਆਈ ਜਾਂਦੇ। ਉਹ ਕਹਿੰਦੇ ਜੀ ਅਸੀਂ ਪ੍ਰਮੋਸ਼ਨ ਨਹੀਂ ਲੈਣਾ। ਕਾਰਨ ਇਹ ਆ ਕਿ ਜਦੋਂ ਅਧਿਆਪਕ ਹੁੰਦੇ ਉਹਨਾਂ ਨੂੰ ਲੈਸ ਘੱਟ ਕੰਮ ਪੈਂਦਾ, ETT ਜਿਹੜਾ ਹੈੱਡ ਮਾਸਟਰ ਉਹ ਪ੍ਰਮੋਟ ਹੋ ਜਾਂਦਾ, ਤਨਖਾਹ ਉਨੀ, ਕੰਮ ਚੁੱਕਣੇ ਹੋ ਜਾਂਦੇ ਆ। ਦੇਖੋ ਖੈਰਾ ਸਾਹਿਬ,
ਸੋਚਣ ਵਾਲੀ ਗੱਲ ਇਹ ਹੈ ਕਿ ਲੋਕਤੰਤਰ ਡੈਮੋਕ੍ਰੇਸੀ ਦਾ ਆਧਾਰ ਹੈ ਐਜੂਕੇਸ਼ਨ। ਜਿੰਨੇ ਜ਼ਿਆਦਾ ਐਜੂਕੇਟਿਡ ਲੋਕ ਹੋਣਗੇ ਉਨੀ ਵਧੀਆ ਤਰੀਕੇ ਨਾਲ ਡੈਮੋਕ੍ਰੇਸੀ ਕੰਮ ਕਰੇਗੀ, ਕਿਉਂਕਿ ਉਹ ਜਾਗਰੂਕ ਹੋ ਜਾਣਗੇ, ਐਕਟਿਵ ਸਿਟੀਜ਼ਨ ਹੋਣਗੇ, ਉਹਨਾਂ ਦੀ ਪਾਰਟਿਸਿਪੇਸ਼ਨ ਬਹੁਤ ਵਧੀਆ ਰਹੇਗੀ। 75 ਸਾਲ ਦੀ ਆਜ਼ਾਦੀ ਤੋਂ ਬਾਅਦ ਸਕੂਲਾਂ ਦਾ ਇਹ ਹਾਲ ਹੈ, ਫਰਨੀਚਰ ਹੈ ਨਹੀਂ, ਛੱਤਾਂ ਚੋਂਦੀਆਂ ਨੇ, ਬੁਰੇ ਹਾਲ ਬਾਂਕੇ ਦਿਹਾੜੇ। ਮਤਲਬ ਪਹਿਲਾਂ ਦੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ, ਕੀ ਕੀਤਾ ਕੀ ਫਿਰ ਜੇ ਐਦਾਂ ਦੇ ਹਾਲਾਤ ਨੇ ਸਰਕਾਰੀ ਸਕੂਲਾਂ ਦੇ? ਮਤਲਬ ਸੁੱਤੇ ਰਹਿੰਦੇ ਸੀ ਸਿਰਹਾਣੇ ਬਾਂਹ ਦੇ ਕੇ, ਸੌ ਕੇ, ਕੀ ਕਰਦੇ ਕੀ ਸੀਗੇ? ਮਤਲਬ ਇਹ ਆ, ਠੀਕ ਹੈ 6 ਮਹੀਨੇ ਹੋਏ ਨੇ, ਹੁਣ ਅਸੀਂ ਤਵੱਕੋ ਕਰਦੇ ਹਾਂ ਕਿ ਕੰਮ ਕਰਨਗੇ, ਵਧੀਆ ਸਕੂਲ ਬਣਾਉਣਗੇ, ਪਰ ਤੁਹਾਨੂੰ ਨਹੀਂ ਲੱਗਦਾ ਇਹ ਫਿਰ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਕੀ ਕੀਤਾ? ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ, ਇੱਥੇ 에ਅਰਪੋਰਟ ਬਣਾ ਦਿਓ, ਇੱਥੇ ਸ਼ਾਪਿੰਗ ਮਾਲ ਬਣਾ ਦਿਓ, ਵੱਡੀਆਂ ਵੱਡੀਆਂ ਸੜਕਾਂ ਬਣਾ ਦਿਓ, ਹਾਈਵੇ ਬਣਾ ਦਿਓ, ਉਹ ਸਕੂਲ ਵੀ ਤਾਂ ਬਣਾਓ, ਉਹ ਕੌਣ ਬਣਾਊਗਾ? ਦੇਖੋ ਆਪ ਦੇ ਦਿਨਾਂ ਦੇ ਨਿਆਣੇ ਕਈ ਵਾਰੀ YPS 'ਚ ਹੁੰਦੇ ਆ, ਕਈ ਵਾਰ BCS ਸ਼ਿਮਲਾ ਹੁੰਦੇ ਤੇ ਕਈ ਦੇਹਰਾਦੂਨ ਹੁੰਦੇ ਨੇ। ਹੁਣ ਗਰੀਬ ਦੇ ਨਿਆਣੇ ਨੇ ਤਾਂ ਇੱਥੇ ਪ੍ਰਾਇਮਰੀ ਸਕੂਲੇ ਪੜ੍ਹਨਾ, 에ਅਰਪੋਰਟ ਤੇ ਜਾਂ ਸ਼ਾਪਿੰਗ ਮਾਲ ਤੇ ਫਿਰ ਆਪਦੇ ਜਵਾਕਾਂ ਲਈ ਬਣਾਉਂਦੇ ਆ ਨਾ ਵੀ ਸਾਡੇ ਨਿਆਣੇ ਟੂ ਐਂਡ ਫਰੋ ਕਰ ਸਕਣ ਬਹੁਤ ਜਲਦੀ, ਜਾਂ ਸਾਡੇ ਬਿਜ਼ਨਸ ਪਾਰਟਨਰ ਆ ਸਕਣ। ਮਾਲ ਮੂਲ ਵੀ ਬਣਾ ਲੈਂਦੇ ਆ, ਹੋਟਲ ਵੀ ਬਣਾ ਲੈਂਦੇ ਆ। ਜਿਹੜੇ ਥੱਲੇ ਵਾਲੇ ਲੋਕ ਆ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਲੋਕ ਜਿਹੜੇ ਸਾਡੇ ਵਰਗੇ ਲੋਕ ਆ, ਆਮ ਲੋਕ, ਬਤਾਤ ਲੋਕ, ਮਿਲੇਨੀਅਮ ਨਹੀਂ ਗਏ ਉਹ, ਉਹਨਾਂ ਦੇ ਲਈ ਤਾਂ ਇਹੀ ਕੁਛ ਆ ਭਾਈ। ਦੇਖੋ ਮੈਨੂੰ ਕਈ ਵਾਰ ਲੱਗਦਾ ਜਿਹੜੀ ਇਹ ਤਰੱਕੀ ਕਰਦੇ ਪਏ ਆ ਨਾ, ਇਹ ਸਿਰਫ ਆਪਣੀਆਂ ਸਹੂਲਤਾਂ ਦਾ ਜੁਗਾੜ ਕਰਦੇ ਪਏ ਨੇ, ਉਹਨੂੰ ਤਰੱਕੀ ਦਾ ਨਾਂ ਦਿੱਤਾ ਜਾ ਰਿਹਾ। ਬਾਕੀ ਤਰੱਕੀ ਦੇ ਨਾਂ 'ਤੇ ਤਾਂ ਉਹਨਾਂ ਕੁਝ ਨਹੀਂ ਹੋ ਰਿਹਾ ਜਿੰਨਾ ਰੌਲਾ ਪਾਇਆ ਜਾ ਰਿਹਾ, ਬਹੁਤ ਘੱਟ। ਠੀਕ ਹੈ ਨਾ, ਜਿਵੇਂ ਕਹਿੰਦੇ ਨਾ ਆਪਾਂ ਆਈ ਅੱਖ ਦੇ ਵਿੱਚ ਦਾਰੂ ਪਾਉਣਾ, ਉਹਨਾਂ ਕੀ ਤਰੱਕੀ ਹੈ, ਬਾਕੀ ਤਾਂ ਸਾਰਾ ਇਹਨਾਂ ਦਾ ਆਪਣਾ ਵਿਕਾਸ ਮਾਡਲ ਹੈ। ਚਲੋ ਬਹੁਤ ਵਧੀਆ ਗੱਲ, ਜੇ ਤੁਸੀਂ ਅੱਖ 'ਚ ਦਾਰੂ ਪਾ ਕੇ ਉਹ ਘੱਟਾ ਮਿੱਟੀ ਚੱਕਣ ਵਾਲੀ ਮਤਲਬ ਇੰਨੀ ਕੀ ਹੋ ਜਾਵੇ ਤਾਂ ਬਹੁਤ ਆ, ਪਰ ਉਹ ਮੈਨੂੰ ਲੱਗਦਾ ਇਹ ਵੀ ਇੰਨੀ ਕੁ ਵੀ ਨਹੀਂ ਹੈਗੀ। ਇੰਨੀ ਕੁ ਵੀ ਨਹੀਂ ਹੈਗੀ। ਚਲੋ ਉਹ ਫਿਰ ਬਾਅਦ 'ਚ ਅਗਲੇ ਐਪੀਸੋਡ 'ਚ ਗੱਲ ਕਰਾਂਗੇ। ਵਾਕਈ ਫਿਲਹਾਲ ਆਪਾਂ ਚੱਲੀਏ। ਵਾਕਈ ਮੈਨੂੰ ਤਾਂ ਸੰਜੀਵ ਜੀ ਨੂੰ ਜੋ ਆਗਿਆ, ਅਸੀਂ ਹੋਰ ਵੀ ਕਹਿੰਦੇ ਹੁੰਦੇ ਨਾ ਵੀ ਫਿਰ ਕੰਮ ਸਵੇਰ ਨੂੰ ਵੀ ਆਵਾਂਗੇ ਤੇ ਗੱਲਾਂ ਬਾਤਾਂ ਕਰਨੀਆਂ ਨੇ। ਹੁਣ ਸੁੱਖ ਨਾਲ ਜਾ ਕੇ ਤੁਸੀਂ ਵੀ ਰੋਟੀ ਪਾਣੀ ਖਾਣਾ ਹੋਣਾ ਤੇ ਮੈਂ ਵੀ ਚਾਹ ਦਾ ਕੱਪ ਪੀਣਾ ਆ, ਤੇ ਫਿਰ ਚੱਲੀਏ। ਚੱਲੀਏ ਜੀ, ਬਿਲਕੁਲ ਚੱਲੀਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।